पंजाबी ऑडियो बुक सुन रहे सारे ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ जी। ਵਾਹਿਗੁਰੂ जी का खालसा वाहिगुरू जी की फतेह। ਅੱਜ ਅਸੀਂ ਜਿਹੜੀ किताब शुरू ਕਰਨ जा रहे ਹਾਂ ਇਸ ਦਾ ਸਿਰਲੇਖ ਹੈ ਤੇ ਸਿੱਖ ਵੀ ਨਿਗਲਿਆ ਗਿਆ ਤੇ ਇਹ ਕੁਲਬੀਰ ਸਿੰਘ ਕੌੜਾ ਵੱਲੋਂ ਲਿਖੀ ਗਈ ਹੈ। ਸਿੱਖ ਧਰਮ ਨਿਵੇਕਲਾ ਧਰਮ ਹੈ। ਇਹ ਹਿੰਦੂ ਧਰਮ ਵਿੱਚੋਂ ਨਹੀਂ ਨਿਕਲਿਆ। ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿੱਚ ਲੈਂਦਾ ਹੈ, ਫਿਰ ਉਸ ਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਅਤੇ ਅੰਤ ਵਿੱਚ ਉਸ ਨੂੰ ਆਪਣੇ ਵੱਡੇ ਢਿੱਡ ਵਿੱਚ ਸਮਾ ਲੈਂਦਾ ਹੈ। ਇਸ ਲਈ ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਹਿੰਦੂ ਧਰਮ ਹੈ। ਉਸ ਵਿਸ਼ਾਲ ਅਜਗਰ ਤੋਂ ਸਿੱਖ ਧਰਮ ਨੂੰ ਬਚਾਉਣ ਲਈ ਬਰਤਾਨੀਆ ਸਰਕਾਰ ਨੂੰ ਸਿੱਖ ਪੰਥ ਦੀ ਮਦਦ ਕਰਨੀ ਚਾਹੀਦੀ ਹੈ। ਇਹ ਮੈਕਾਲਿਫ ਦੁਆਰਾ ਲਿਖਿਆ ਗਿਆ ਸੀ। ਦੋ ਸ਼ਬਦ। ਇਹ ਕਿਤਾਬ ਲਿਖਣ ਲੱਗਿਆ ਮੈਨੂੰ ਬਹੁਤ ਮਾਨਸਿਕ ਤਕਲੀਫ ਵਿੱਚੋਂ ਲੰਘਣਾ ਪਿਆ ਹੈ। ਛੋਟਾ ਮੂੰਹ ਵੱਡੀ ਗੱਲ ਵਾਂਗ ਵਿਸ਼ਾ ਬਿਲਕੁਲ ਵੱਖਰਾ ਤੇ ਨਵਾਂ ਹੋਣ ਤੋਂ ਇਲਾਵਾ ਦੁਵਿਧਾ ਵਾਲਾ ਵੀ ਸੀ। ਇਹ ਕਿਤਾਬ ਲਿਖੀ ਨੂੰ ਲਗਭਗ 2 ਸਾਲ ਹੋ ਚੱਲੇ ਹਨ, ਪਰ ਸਿੱਖ ਸੱਚਮੁੱਚ ਨਿਗਲਿਆ ਗਿਆ ਹੈ ਕਿ ਨਹੀਂ ਦਾ ਫੈਸਲਾ ਮੇਰੇ ਕੋਲੋਂ ਨਹੀਂ ਹੋ ਸਕਿਆ। ਅਖੀਰ ਮੈਂ ਇੱਕ ਰਜਿਸਟਰ ਲਾ ਲਿਆ ਤੇ ਹਰ ਠੀਕ ਠਾਕ ਸਿੱਖ ਜੋ ਵੇਖਣ ਨੂੰ ਜਾਗਰੂਕ ਲੱਗਦਾ ਸੀ ਕੋਲੋਂ ਪੁੱਛਣਾ ਸ਼ੁਰੂ ਕੀਤਾ। ਇਹਨਾਂ ਲੋਕਾਂ ਵਿੱਚ ਉੱਚ ਕੋਟੀ ਦੇ ਵਿਦਵਾਨ ਮੰਨੇ ਜਾਣ ਵਾਲੇ ਸੱਜਣ, ਡਾਕਟਰ, ਸਰਕਾਰੀ ਉੱਚ ਅਹੁਦਿਆਂ ਤੇ ਬੈਠੇ ਅਫਸਰ, ਇੰਜੀਨੀਅਰ, ਰਾਜਨੀਤਿਕ ਪਾਰਟੀਆਂ ਦੇ ਲੀਡਰ, ਨਾਮੀ ਵਕੀਲ ਤੇ ਹੇਠਲੀਆਂ ਅਦਾਲਤਾਂ ਦੇ ਸਭ ਜੱਜਾਂ ਤੋਂ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸਾਹਿਬਾਨ, ਗੁਰਦੁਆਰਿਆਂ ਦੇ ਪ੍ਰਧਾਨ, ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਤੇ ਹੋਰ ਮਹੱਤਵਪੂਰਨ ਨਾਮੀ ਲਿਖਾਰੀ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ, ਪੰਜਾਬੀ ਅਖਬਾਰਾਂ ਨਾਲ ਸੰਬੰਧਿਤ ਗੁਰਸਿੱਖ ਪੱਤਰਕਾਰ, ਦੁਕਾਨਦਾਰ, ਖੇਤੀ ਕਰਨ ਵਾਲੇ ਗੁਰਸਿੱਖ ਕਿਸਾਨ, ਸਿਰ ਕੱਢ ਡੇਰਿਆਂ ਦੇ ਸਾਧ, ਸੰਤ ਰਾਗੀ, ਢਾਡੀ ਤੇ ਕੀਰਤਨ ਕਰਨ ਵਾਲੇ ਸੱਜਣ ਤੇ ਇੱਥੋਂ ਤੱਕ ਕਿ ਸਧਾਰਨ ਸਿੱਖ ਜਿਨ੍ਹਾਂ ਵਿੱਚ ਰਿਕਸ਼ਾ ਵਾਹੁਣ ਵਾਲੇ ਤੱਕ ਵੀ ਸ਼ਾਮਲ ਸਨ ਨੂੰ ਪੁੱਛਿਆ, ਤੁਹਾਡੇ ਖਿਆਲ ਵਿੱਚ ਹਿੰਦੂ ਬਹੁ ਗਿਣਤੀ ਵੱਲੋਂ ਸਿੱਖ ਨਿਗਲਿਆ ਗਿਆ ਹੈ ਕਿ ਨਹੀਂ? ਇਸ ਦਾ ਜੋ ਨਤੀਜਾ ਨਿਕਲਿਆ ਉਸ ਨੂੰ ਵੇਖ ਕੇ ਹੀ ਇਹ ਕਿਤਾਬ ਛਪਵਾਉਣ ਦੀ ਹਿੰਮਤ ਹੋਈ, ਨਹੀਂ ਤਾਂ ਮੈਂ ਵੀ ਕਿਸੇ ਰਫੜ ਵਿੱਚ ਨਹੀਂ ਸਾ ਪੈਣਾ ਚਾਹੁੰਦਾ। 53% ਰਲੇ ਮਿਲੇ ਸਿੱਖਾਂ ਨੇ ਬਿਨਾਂ ਕਿਸੇ ਕਿੰਤੂ ਪਰੰਤੂ ਲਾਉਣ ਦੇ ਸਿੱਧੇ ਤੇ ਠੇਠ ਪੰਜਾਬੀ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਨਿਗਲਿਆ ਜਾ ਚੁੱਕਾ ਹੈ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਨਿਗਲਿਆ ਤਾਂ ਉਸ ਦਿਨ ਹੀ ਗਿਆ ਸੀ ਜਿਸ ਦਿਨ ਇਹਨਾਂ ਨੇ ਪਾਕਿਸਤਾਨ ਵਿੱਚੋਂ ਨਿਕਲ ਕੇ ਹਿੰਦੁਸਤਾਨ ਦੀ ਧਰਤੀ ਤੇ ਪੈਰ ਰੱਖਿਆ ਸੀ। 21% ਸਿੱਖਾਂ ਨੇ ਕਿਹਾ, ਕੌਣ ਨਿਗਲ ਸਕਦਾ ਹੈ ਸਿੱਖ ਨੂੰ? ਤੁਸਾਂ ਇਹ ਸੋਚ ਕਿੱਦਾਂ ਲਿਆ? ਕਿਸੇ ਨੇ ਕਿਹਾ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਣਾਇਆ ਹੈ, ਅਸੀਂ ਕੋਈ ਆਪਣੇ ਆਪ ਨਹੀਂ ਬਣ ਗਏ। ਭਈ ਸਾਨੂੰ ਕੋਈ ਜਣਾ ਖਣਾ ਨਿਗਲ ਜਾਏਗਾ? ਸਾਡਾ ਬਾਜਾਂ ਵਾਲਾ ਗੁਰੂ ਸਾਨੂੰ ਨਿਗਲੇ ਜਾਣ ਦਊਗਾ ਭਲਾ? ਕਈਆਂ ਨੇ ਇਹ ਵੀ ਕਿਹਾ ਕਿ ਇਹ ਸਭ ਢੈਂਦੀ ਕਲਾ ਦੀਆਂ ਗੱਲਾਂ ਹਨ, ਪਿਛਲੇ ਸੰਘਰਸ਼ ਦੀ ਹਾਰ ਵਿੱਚੋਂ ਇਹ ਸੋਚ ਨਿਕਲੀ ਹੈ, ਵਕਤ ਪੈਣ ਤੇ ਠੀਕ ਹੋ ਜਾਵੇਗੀ। ਕਿਸੇ ਨੇ ਇਹ ਵੀ ਕਿਹਾ ਕਿ ਹੁਣ ਤਾਂ ਸਗੋਂ ਸਿੱਖਾਂ ਦਾ ਸੂਤ ਹੀ ਬੜਾ ਲੱਗਾ ਹੈ, ਹੁਣ ਤਾਂ ਅਸੀਂ ਆਜ਼ਾਦ ਹਾਂ, ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ, ਗੁਲਾਮੀ ਨਾਲੋਂ ਤਾਂ ਆਜ਼ਾਦੀ ਸਦਾ ਹੀ ਚੰਗੀ ਹੁੰਦੀ ਹੈ। ਕਿਸੇ ਨੇ ਕਿਹਾ ਕਿ ਜੇ ਹਿੰਦੂ ਬਹੁ ਗਿਣਤੀ ਵੱਲੋਂ ਨਿਗਲਿਆ ਵੀ ਚੱਲਿਆ ਹੈ ਤਾਂ ਅਸਾਂ ਕਿਹੜਾ ਇੱਥੇ ਬੈਠੇ ਰਹਿਣਾ ਹੈ, ਅਸੀਂ ਤਾਂ ਸਮੇਤ ਪਰਿਵਾਰ ਬਾਹਰ ਜਾਣ ਨੂੰ ਤਿਆਰ ਬੈਠੇ ਹਾਂ। ਕਈਆਂ ਨੇ ਇਹ ਸਵਾਲ ਪੁੱਛੇ ਜਾਣ ਤੇ ਹੀ ਗੁੱਸਾ ਕੀਤਾ ਤੇ ਕਿਹਾ, ਬੰਦਾ ਗੱਲ ਤੇ ਮੂੰਹੋਂ ਚੰਗੀ ਕੱਢੇ, ਹਿੰਦੂ ਵਿਚਾਰੇ ਕੋਈ ਸਾਡੇ ਨਾਲੋਂ ਵੱਖਰੇ ਹਨ? ਪਾਕਿਸਤਾਨ ਵਿੱਚੋਂ ਉਹ ਵੀ ਤਾਂ ਬਥੇਰਾ ਜਾਨੀ ਤੇ ਮਾਲੀ ਨੁਕਸਾਨ ਉਠਾ ਕੇ ਸਾਡੇ ਨਾਲ ਹੀ ਰਿੜਦੇ ਖਿੜਦੇ ਇੱਧਰ ਆਏ ਸਨ, ਹੁਣ ਉਹ ਹੋਰ ਤੇ ਅਸੀਂ ਹੋਰ ਹਾਂ। ਇੱਕ ਸਿੱਖ ਨੇ ਕਿਹਾ, ਹੱਦ ਹੋ ਗਈ ਸਵਾਲ ਪੁੱਛਣ ਵਾਲੀ, ਸਿੱਖ ਹਿੰਦੂ ਤੋਂ ਬਣਿਆ ਸੀ, ਜੇ ਹਿੰਦੂਆਂ ਵਿੱਚ ਹੀ ਰਲ ਜਾਵੇ ਤਾਂ ਕਿੱਧਰ ਦਾ ਲੋੜਾ ਆ ਚੱਲਿਆ ਹੈ? ਹਾਂ, ਜੇ ਮੁਸਲਮਾਨਾਂ ਵਿੱਚ ਜਾ ਰਲਦਾ ਫਿਰ ਬੁਰੀ ਗੱਲ ਸੀ। ਇਸ ਤਰ੍ਹਾਂ 21% ਵਿੱਚੋਂ ਕਈ ਲੋਕਾਂ ਨੇ ਹਿੰਦੂਆਂ ਵਿੱਚ ਰਲਣ ਨੂੰ ਬੁਰਾ ਨਹੀਂ ਮੰਨਿਆ
ਤੇ ਸਿੱਧੇ ਤੌਰ ਤੇ ਇਹ ਵੀ ਕਿਹਾ ਕਿ ਹਿੰਦੂ ਹੁੰਦੂ ਕੁਝ ਨਹੀਂ ਹੁੰਦਾ, ਸਿੱਖ ਵੀ ਪਹਿਲੇ ਦਿਨ ਤੋਂ ਹੀ ਹਿੰਦੂ ਹਨ। ਦੋ ਨਾਂ ਰੱਖੇ ਜਾਣ ਨਾਲ ਇੱਕ ਕੌਮ ਦੋ ਨਹੀਂ ਬਣ ਜਾਂਦੀ। ਕਈਆਂ ਨੇ ਆਖਿਆ ਅਸੀਂ ਹੁਣ ਆਪਣੇ ਭਰਾਵਾਂ, ਭਣਵਈਆਂ, ਫੁੱਫੜਾਂ, ਮਾਸੜਾਂ ਤੇ ਚਾਚੇ ਤਾਇਆਂ ਨੂੰ ਛੱਡ ਕੇ ਜੋ ਮੋਨੇ ਹਨ, ਪਿੰਡ ਦੇ ਜਟਾ ਬੁਟਾਂ ਨਾਲ ਰਲ ਕੇ ਆਪਣੇ ਆਪ ਨੂੰ ਸਿੱਖ ਅਖਵਾਈਏ। ਭਾਵੇਂ ਨਿਗਲੇ ਗਏ ਤੇ ਭਾਵੇਂ ਨਹੀਂ, ਅਸੀਂ ਐਦਾਂ ਹੀ ਚੰਗੇ ਹਾਂ। 26% ਲੋਕਾਂ ਨੇ ਕੋਈ ਚੱਜ ਦਾ ਜਵਾਬ ਨਹੀਂ ਦਿੱਤਾ। ਕਈ ਤਾਂ ਜਵਾਬ ਦੇਣਾ ਹੀ ਨਹੀਂ ਸਨ ਚਾਹੁੰਦੇ। ਕਈ ਕਹਿੰਦੇ ਸਨ ਜਦੋਂ ਸਾਨੂੰ ਗੱਲ ਦਾ ਹੀ ਨਹੀਂ ਪਤਾ ਤਾਂ ਜਵਾਬ ਕਾਹਦਾ ਦਈਏ। ਕਈਆਂ ਨੂੰ ਅਜਗਰ ਦਾ ਹੀ ਪਤਾ ਨਹੀਂ ਸੀ ਤੇ ਉਹ ਪੁੱਛਦੇ ਸਨ ਅਜਗਰ ਕਿਹਨੂੰ ਆਂਦੇ ਹਨ। ਇਹਨਾਂ 26% ਲੋਕਾਂ ਨੂੰ ਛੱਡ ਦਈਏ ਤਾਂ 53% ਮੰਨਦੇ ਹਨ ਕਿ ਸਿੱਖ ਨਿਗਲਿਆ ਗਿਆ ਹੈ ਤੇ 21% ਮੰਨਦੇ ਹਨ ਕਿ ਨਹੀਂ ਨਿਗਲਿਆ ਗਿਆ, ਤੇ ਜੇ ਨਿਗਲਿਆ ਵੀ ਗਿਆ ਹੈ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਮਾਮੂਲੀ ਗੱਲ ਹੈ। ਇਸ ਲਈ 53% ਲੋਕਾਂ ਦੇ ਵਿਚਾਰ ਨੂੰ ਆਧਾਰ ਬਣਾ ਕੇ ਹੀ ਮੈਂ ਇਹ ਕਿਤਾਬ ਛਪਵਾਉਣ ਦਾ ਹੌਸਲਾ ਕੀਤਾ ਹੈ। ਬ੍ਰਾਹਮਣਵਾਦ ਨੇ ਪਹਿਲਾਂ ਜੈਨ ਧਰਮ ਨੂੰ ਨਿਗਲਿਆ, ਫਿਰ ਬੋਧੀਆਂ ਨੂੰ ਨਿਗਲਿਆ ਤੇ ਹੁਣ ਪਾਰਸੀਆਂ ਨੂੰ ਨਿਗਲਣ ਤੋਂ ਬਾਅਦ ਸਿੱਖ ਇਸ ਦੇ ਤਾਜ਼ਾ ਸ਼ਿਕਾਰ ਹਨ। ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿੱਖ ਜਗਤ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਮਨ ਵਿੱਚ ਕਿਸੇ ਵੀ ਸੱਜਣ ਜਾਂ ਕਿਸੇ ਵੀ ਜਮਾਤ ਪ੍ਰਤੀ ਕੋਈ ਮੰਦ ਭਾਵਨਾ ਨਹੀਂ। ਬ੍ਰਾਹਮਣ ਤੋਂ ਮੇਰਾ ਭਾਵ ਉਸ ਬੁੱਧੀਜੀਵੀ ਤੋਂ ਹੈ ਜਿਹੜਾ ਮਨੂਵਾਦੀ ਸਿਧਾਂਤ ਦਾ ਪ੍ਰਚਾਰਕ ਹੈ। ਆਮ ਸਧਾਰਨ ਬ੍ਰਾਹਮਣ ਸੱਜਣ ਮੇਰੇ ਲਈ ਪੂਰਾ ਸਤਿਕਾਰਯੋਗ ਹੈ। ਜਦੋਂ ਅਸੀਂ ਪਾਕਿਸਤਾਨ ਵਿੱਚੋਂ ਆਏ ਤਾਂ ਸਾਡੇ ਕੋਲ ਸਿਵਾਏ ਗਲ ਦੇ ਕੱਪੜਿਆਂ ਤੋਂ ਕੱਚੀ ਕੋਡੀ ਵੀ ਨਹੀਂ ਸੀ। ਸਾਡੀ ਪਿੰਡ ਮਾਨਾਵਾਲਾ ਵਾਲੀ ਜ਼ਮੀਨ ਇੱਕ ਬ੍ਰਾਹਮਣ ਕੋਲ ਸੀ ਜੋ ਮੇਰੇ ਬਾਬਾ ਜੀ ਦਾ ਲੰਗੋਟੀਆ ਯਾਰ ਹੁੰਦਾ ਸੀ ਤੇ 30 ਸਾਲ ਤੋਂ ਵਾਹੁੰਦਾ ਆ ਰਿਹਾ ਸੀ। ਮੇਰੇ ਪਿਤਾ ਜੀ ਪਾਕਿਸਤਾਨੋਂ ਅੰਮ੍ਰਿਤਸਰ ਆ ਕੇ ਉਸਨੂੰ ਚਾਚਾ ਕਹਿੰਦੇ ਸਨ ਤੇ ਮੇਰੀਆਂ ਮਾਤਾਵਾਂ ਉਹਦੇ ਪੈਰੀ ਹੱਥ ਲਾਉਂਦੀਆਂ ਸਨ। ਵਿਆਹਾਂ ਸ਼ਾਦੀਆਂ ਤੇ ਦੋਹਾਂ ਪਰਿਵਾਰਾਂ ਦਾ ਆਉਣਾ ਜਾਣਾ ਸੀ। ਮੇਰੇ ਪਿਤਾ ਜੀ ਸਿਰਹਾਣੇ ਬਾਹਰ ਰੱਖ ਕੇ ਇੱਕ ਸਾਡੇ ਦੂਰ ਦੇ ਰਿਸ਼ਤੇਦਾਰ ਹਰਭਜਨ ਸਿੰਘ ਦੇ ਘਾਹ ਦੇ ਲਾਨ ਤੇ ਪਏ ਸਨ। ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਕਰਾਂ ਤੇ ਕਿੱਧਰ ਜਾਵਾਂ। ਸ਼ਾਮ ਦੇ 6 ਵਜੇ ਦਾ ਵਕਤ ਸੀ ਜਦੋਂ ਇੱਕ ਕੜਕਵੀਂ ਆਵਾਜ਼ ਮੇਰੇ ਪਿਤਾ ਜੀ ਦੇ ਕੰਨਾਂ ਵਿੱਚ ਪਈ, ਓਏ ਬੁੱਢਾ ਸਿਆਂ, ਇੱਥੇ ਘਾਹ ਤੇ ਲੰਮਾ ਪਿਆ ਕੀ ਕਰਦਾ? ਤੈਨੂੰ ਆਪਣੇ ਜੱਦੀ ਘਰ ਦਾ ਚੇਤਾ ਭੁੱਲ ਗਿਆ ਸੀ? ਸਵੇਰ ਦਾ ਤੈਨੂੰ ਕੈਂਪਾਂ ਵਿੱਚ ਲੱਭਦਾ ਫਿਰਦਾ, ਹੁਣ ਤੂੰ ਕਿਤੇ ਜਾ ਕੇ ਲੱਭੇ। ਚੱਲ ਉੱਠ, ਘਰ ਤੁਰ ਚੱਲੀਏ। ਫਿਰ ਉਹਨੇ ਮੁੰਡੇ ਨੂੰ ਆਵਾਜ਼ ਮਾਰੀ, ਉਹ ਚਾਟੀ ਲਿਆ। ਉਸ ਚਾਟੀ ਵਿੱਚ ਚਾਂਦੀ ਦੇ ਰੋਡੇ ਬਾਦਸ਼ਾਹ ਦੀ ਤਸਵੀਰ ਵਾਲੇ 1300 ਰੁਪਏ ਸਨ ਜੋ ਉਸਨੇ ਮੇਰੇ ਪਿਤਾ ਜੀ ਨੂੰ ਦਿੱਤੇ। ਸ਼ਾਇਦ ਉਹ ਹੁਣ ਦੇ 50,000 ਰੁਪਏ ਦੇ ਬਰਾਬਰ ਹੋਣ। ਮੇਰੇ ਪਿਤਾ ਜੀ ਦਾ ਚਿਹਰਾ ਖਿੜ ਗਿਆ ਤੇ ਇੱਕ ਵਾਰ ਤਾਂ ਉਹਨਾਂ ਨੂੰ ਉੱਜੜ ਪੁੱਜੜ ਕੇ ਆਏ ਹੋਣ ਦਾ ਚੇਤਾ ਹੀ ਭੁੱਲ ਗਿਆ। ਮੈਂ 10ਵੀਂ ਵਿੱਚ ਪੜ੍ਹਦਾ ਸਾਂ ਜਦੋਂ ਉਹ ਹੀ ਬ੍ਰਾਹਮਣ ਆਪਣੇ ਪੋਤੇ ਨੂੰ ਨਾਲ ਲੈ ਕੇ ਸਾਡੇ ਘਰ ਆਇਆ। ਉਸ ਦਾ ਸਾਹ ਕੁਝ ਉਖੜਿਆ ਹੋਇਆ ਸੀ। ਉਸ ਦੀ ਉਮਰ ਵੀ ਹੁਣ ਕਾਫੀ ਹੋ ਗਈ ਸੀ। ਮੇਰੇ ਪਿਤਾ ਜੀ ਨੂੰ ਉਸਨੇ ਕਿਹਾ, ਮੇਰਾ ਹੁਣ ਕੋਈ ਪਤਾ ਨਹੀਂ, ਅੱਜ ਆ ਕਿ ਕੱਲ। ਮੇਰੇ ਜਿਉਂਦੇ ਜੀ ਚੱਲ ਕੇ ਆਪਣੀ ਜ਼ਮੀਨ ਸਾਂਭ ਲਾ। ਤੇਰੇ ਪਿਓ ਉੱਥੇ ਮੈਨੂੰ ਪੁੱਛੂਗਾ, ਭਈ ਸੁਣਾ ਮੇਰੇ ਪੁੱਤ ਦਾ ਕੀ ਹਾਲ ਹੈ, ਤੇ ਮੈਂ ਕੀ ਆਖੂੰਗਾ, ਭਈ ਮੇਰੇ ਪੁੱਤਾਂ ਨੇ ਤੇਰੇ ਪੁੱਤ ਦੀ ਜ਼ਮੀਨ ਸਾਂਭ ਲਈ ਹੈ। ਚੱਲ ਉੱਠ ਤੇ ਚੱਲ ਕੇ ਮੈਨੂੰ ਮੇਰੀ ਜ਼ਿੰਮੇਵਾਰੀ ਤੋਂ ਸੁਰਖਰੂ ਕਰ। 40 ਸਾਲ ਦੇ ਬੈਠੇ ਮੁਜਾਰੇ ਕੋਲੋਂ ਤਾਂ ਕਿ 1 ਸਾਲ ਦੇ ਕਾਬਜ਼ ਮੁਜਾਰੇ ਕੋਲੋਂ ਵੀ ਜ਼ਮੀਨ ਖਾਲੀ ਨਹੀਂ ਸੀ ਕਰਵਾਈ ਜਾ ਸਕਦੀ। ਸਾਡੇ ਪਰਿਵਾਰ ਵਿੱਚ ਉਸ ਬ੍ਰਾਹਮਣ ਪਰਿਵਾਰ ਪ੍ਰਤੀ ਹੁਣ ਵੀ ਬਹੁਤ ਸਤਿਕਾਰ ਹੈ। ਇਹ ਸਾਰੀ ਕਹਾਣੀ ਲਿਖਣ ਤੋਂ ਭਾਵ ਹੈ ਕਿ ਕਿਸੇ ਵੀ ਸਧਾਰਨ ਬ੍ਰਾਹਮਣ ਪ੍ਰਤੀ ਮੇਰੀ ਕੋਈ ਮੰਦ ਭਾਵਨਾ ਨਹੀਂ। ਡੇਰਿਆਂ ਦੇ ਸਾਦਾ ਮੈਂ ਜੋ ਕੁਝ ਲਿਖਿਆ ਹੈ ਉਹ ਜੋ ਲਿਖਿਆ ਜਾਣਾ ਚਾਹੀਦਾ ਸੀ ਉਸ ਦਾ 20ਵਾਂ ਹਿੱਸਾ ਵੀ ਨਹੀਂ। ਪੰਥ ਦੇ ਮਹਾਨ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਵਰਗੇ ਸੱਜਣ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਹਨ। ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਉਹਨਾਂ ਦਾ ਇੱਕ ਲੇਖ ਇਸ ਕਿਤਾਬ ਦੇ ਅੰਤ ਵਿੱਚ ਦਿੱਤਾ ਗਿਆ ਹੈ। ਇਹਨਾਂ ਸਾਧਾਂ ਦੀ ਵਜ੍ਹਾ ਕਰਕੇ ਹੀ ਸਿੱਖੀ ਨੂੰ ਬਹੁਤ ਢਾਹ ਲੱਗੀ ਹੈ ਤੇ ਲੋਕਾਂ ਦੀ ਸ਼ਰਧਾ ਵੀ ਟੁੱਟੀ ਹੈ। ਸਾਧ ਮਾਨ ਸਿੰਘ ਪਹੋਵੇ ਵਾਲਾ ਅਮਰੀਕਾ ਦੇ ਇੱਕ ਸ਼ਹਿਰ ਰੀਨੋ ਗਿਆ। ਰੀਨੋ ਦੇ ਗੁਰਦੁਆਰੇ ਵਿੱਚ ਇਸਨੇ 3 ਦਿਨ ਕਥਾ ਕੀਤੀ। ਨਾਲ ਦੇ ਸ਼ਹਿਰ
ਕਾਰਸਨ ਸਿਟੀ ਦਾ ਇੱਕ ਸੱਜਣ ਇਹਨਾਂ ਨੂੰ ਸੰਤ ਮੁਖ ਜਾਣ ਕੇ ਆਪਣੇ ਘਰ ਲਿਜਾ ਕੇ ਚਾਹ ਪਾਣੀ ਪਿਆਉਣਾ ਚਾਹੁੰਦਾ ਸੀ। 7-8 ਲੱਬੜ ਕੱਟੇ ਜਿਹੇ ਉਹਦੇ ਚੇਲੇ ਵੀ ਨਾਲ ਸਨ ਤੇ ਨਾਲ ਉਹ 4 ਚੇਲੀਆਂ ਲਈ ਫਿਰਦਾ ਸੀ। ਕੋਈ ਆਖੇ ਮੈਂ ਛੋਟੀਆਂ ਇਲਾਇਚੀਆਂ ਵਾਲਾ ਦੁੱਧ ਪੀਣਾ ਹੈ, ਕੋਈ ਆਖੇ ਮੈਂ ਵੱਡੀਆਂ ਇਲਾਇਚੀਆਂ ਵਾਲਾ ਦੁੱਧ ਪੀਣਾ ਹੈ ਤੇ ਕੋਈ ਆਖੇ ਬੋਨਵਿਟਾ ਪਾ ਕੇ ਮੇਰੇ ਲਈ ਦੁੱਧ ਲਿਆਓ। ਕੋਈ ਆਖੇ ਠੰਡਾ ਦੁੱਧ ਪੀਣਾ ਹੈ ਤੇ ਕੋਈ ਆਖੇ ਤੱਤਾ, ਕੋਈ ਆਖੇ ਦੁੱਧ ਵਿੱਚ ਕਾਰਨਫਲੈਕਸ ਪਾ ਕੇ ਲਿਆਓ। ਇੱਕ ਚੇਲੀ ਤਾਂ ਰਸੋਈ ਵਿੱਚ ਹੀ ਜਾ ਵੜੀ ਤੇ ਐਸੀ ਮਾਮੀ ਚੰਨੋ ਬਣੀ ਕਿ ਕਦੇ ਆਖੇ ਬਾਬਾ ਜੀ ਆ ਨਹੀਂ ਖਾਂਦੇ, ਕਦੇ ਆਖੇ ਬਾਬਾ ਜੀ ਉਹ ਨਹੀਂ ਪੀਂਦੇ। ਗੱਲ ਕੀ ਸਾਰਾ ਟੱਬਰ ਭਜਾ ਕੇ ਹੰਭਾ ਦਿੱਤਾ। ਸਾਧ ਮਾਨ ਸਿੰਘ ਸੋਫੇ ਉੱਤੇ ਲੱਤਾਂ ਤੇ ਬਾਹਾਂ ਖਿਲਾਰ ਕੇ ਪਿਆ ਸੀ। ਚਾਰੇ ਚੇਲੀਆਂ ਉਹਦੀਆਂ ਲੱਤਾਂ ਤੇ ਬਾਹਾਂ ਘੁੱਟ ਰਹੀਆਂ ਸਨ, ਜਿਵੇਂ ਸਾਧ ਹੱਲ ਵਾਹੁੰਦਾ ਥੱਕ ਗਿਆ ਹੋਵੇ। ਪਿੰਡਾਂ ਵਿੱਚ ਇਹੋ ਜਿਹੀਆਂ ਵਰਗੇ ਜੱਟ ਕਿਲਾ ਜ਼ਮੀਨ ਦਾ ਵਾਹ ਕੇ ਫੇਰ ਡੰਗਰਾਂ ਲਈ ਪੱਠੇ ਵੱਢਣ ਜਾਂਦੇ ਹਨ ਤੇ ਇਹ ਵਾਜੇ ਤੇ ਪੂੰ ਪੂੰ ਕਰਕੇ ਹੀ ਥੱਕ ਗਿਆ ਸੀ। ਸਾਡੇ ਪਿੰਡ ਦਾ ਬਤਨਾ ਤਰਖਾਣ ਅਮਲੀ ਸੀ। ਉਹਨੇ ਜਦੋਂ ਵੀ ਕੋਈ ਮੋਟਾ ਸੰਡਾ ਗੱਡੇ ਜਾਂ ਰੇੜੇ ਨੂੰ ਬਿੰਡੀ ਪਾ ਕੇ ਜੁੱਤਾ ਵੇਖਣਾ ਤਾਂ ਕਹਿਣਾ ਬਈ ਇਹ ਤਾਂ ਪਿਛਲੇ ਜਨਮ ਵਿੱਚ ਅੰਮ੍ਰਿਤਸਰ ਦੇ ਵੱਡੇ ਗੁਰਦੁਆਰੇ ਦਾ ਭਾਈ ਹੋਊ, ਜਿਹੜਾ ਹੁਣ ਪਿਛਲੇ ਜਨਮ ਦੀਆਂ ਕੀਤੀਆਂ ਭੁਗਤ ਰਿਹਾ ਹੈ। ਦੂਜੇ ਦਿਨ ਸਵੇਰੇ ਇਸ ਜੁੰਡਲੀ ਦਾ ਪੀਜ਼ੇ ਦਾ ਨਾਸ਼ਤਾ ਰੀਨੋ ਦੇ ਗੁਰਦੁਆਰੇ ਦੇ ਪ੍ਰਧਾਨ ਦੇ ਘਰ ਸੀ। ਉਹ ਵਿਚਾਰੇ ਘੜੀ ਬਾਅਦ ਟੈਲੀਫੋਨ ਕਰਨ ਕਿ ਜੀ ਪੀਜ਼ਾ ਤਿਆਰ ਹੈ, ਠੰਡਾ ਹੋ ਜਾਏਗਾ, ਜਲਦੀ ਆਓ। ਪਰ ਉਹ ਰਸੋਈ ਵਾਲੀ ਜਨਾਨੀ ਆਖੇ ਨਾਸ਼ਤੇ ਤੇ ਜਾਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ 2-2 ਪਰੌਂਠੇ ਲਾ ਦਈਏ, ਸਵੇਰੇ ਨਾ ਵਿਚਾਰਿਆਂ ਦਾ ਕਲੇਜਾ ਧੁਫ ਲਿਆ ਜਾਊਗਾ। ਰੀਨੋ ਦਾ ਰਸਤਾ ਹੀ ਇੱਥੋਂ 1 ਘੰਟੇ ਦਾ ਹੈ, ਨਾਲੇ ਭੁੱਖੇ ਭਾਣੇ ਸੰਤਾਂ ਨੂੰ ਘਰੋਂ ਨਹੀਂ ਤੋਰੀਦਾ। 4-4 ਪਰੌਂਠੇ ਦਹੀਂ ਤੇ ਚਾਹ ਨਾਲ ਖਾ ਕੇ ਜਦੋਂ ਸਾਧ ਜੁੰਡਲੀ ਗਈ ਤਾਂ ਘਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਤੇ ਪ੍ਰਣ ਕੀਤਾ ਕਿ ਅੱਗੋਂ ਤੋਂ ਕਿਸੇ ਵੀ ਸਾਧ ਨੂੰ ਜਲ ਪਾਣੀ ਛਕਾਉਣ ਦਾ ਸੱਦਾ ਨਹੀਂ ਦੇਣਾ। ਇਹ ਹੀ ਸਾਧ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਬਾਰੇ ਭਾਸ਼ਣ ਕਰਦਾ ਸੀ। ਇੱਕ ਗੁਰਬਖਸ਼ ਸੋਂ ਕਾਲਾ ਅਫਗਾਨਾਂ ਵਾਲਾ ਬੁੱਕਾਂ ਲਿਖਦਾ ਆ ਤੇ ਆਂਦਾ ਆ ਭਈ ਬਿਪਰ ਸਿੱਖੀ ਦੇ ਦੁਸ਼ਮਣ ਆ। ਕੋਈ ਉਹਨੂੰ ਪੁੱਛੇ ਭਈ ਬਿਪਰ ਸਾਡੇ ਭਰਾ ਨਹੀਂ ਗੇ? ਨਹੀਂ ਮਾਨ ਸਿੰਘ ਜੀ, ਬਿਪਰ ਤੁਹਾਡੇ ਭਰਾ ਨਹੀਂ, ਸਗੋਂ ਤੁਸੀਂ ਤਾਂ ਆਪ ਹੀ ਬਿਪਰ ਹੋ। ਸਿੱਖੀ ਦੇ ਭੇਸ ਵਿੱਚ ਜਿੰਨੀ ਤੁਸਾਂ ਕੱਚੀ ਬਾਣੀ ਬੋਲੀ ਹੈ ਤੇ ਜਿੰਨਾ ਤੁਸਾਂ ਮਨ ਘੜਤ ਕਹਾਣੀਆਂ ਸੁਣਾ ਕੇ ਸਿੱਖੀ ਦਾ ਬੇੜਾ ਗਰਕ ਕੀਤਾ ਹੈ, ਇੰਨਾ ਤਾਂ ਬਿਪਰ ਵੀ ਨਹੀਂ ਸਨ ਕਰ ਸਕਦੇ। ਇੱਕ ਸਾਧ ਦੇ ਡੇਰੇ ਨੂੰ ਦੋਰਾਹੇ ਦੇ ਲਾਗੋਂ ਰਸਤਾ ਮੁੜਦਾ ਹੈ, ਜਿਸ ਨੂੰ ਜਰਗ ਵਾਲੇ ਸਾਧ ਕਹਿੰਦੇ ਹਨ। ਉਸਨੇ ਕਈ ਦਰਜਨ ਜੋੜੇ ਲੱਥੀਆਂ ਹੋਈਆਂ ਜੁੱਤੀਆਂ ਦੇ ਸ਼ੀਸ਼ੇ ਵਾਲੀਆਂ ਅਲਮਾਰੀਆਂ ਵਿੱਚ ਸਜਾ ਕੇ ਰੱਖੇ ਹੋਏ ਹਨ। ਸੰਗਤ ਜਾਂਦੀ ਹੈ ਤੇ ਸਾਧ ਨੂੰ ਮੱਥਾ ਟੇਕਣ ਤੋਂ ਪਹਿਲਾਂ ਵੱਡੇ ਸਾਧ ਦੀਆਂ ਜੁੱਤੀਆਂ ਨੂੰ ਮੱਥਾ ਟੇਕਦੀ ਹੈ। ਬਾਬੇ ਦੀਆਂ 2 ਵਿਦੇਸ਼ੀ ਕਾਰਾਂ ਗੈਰੇਜ ਵਿੱਚ ਪਿੱਛੇ ਖੜੀਆਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਚੁੰਮ ਕੇ ਸਾਧ ਦੀ ਚੇਲੀ ਰੂਪੀ ਸੰਗਤ ਨੇ ਕਾਰਾਂ ਦਾ ਰੰਗ ਫਿੱਕਾ ਕਰ ਛੱਡਿਆ ਹੈ। ਭੋਲੀ ਭਾਲੀ ਸੰਗਤ ਕੋਲੋਂ ਜੁੱਤੀਆਂ ਨੂੰ ਮੱਥਾ ਟਿਕਵਾਉਣਾ ਕਿੱਧਰ ਦੀ ਸਿੱਖੀ ਹੈ। ਇਸੇ ਤਰ੍ਹਾਂ ਦੀ ਸੰਗਤ ਨੂੰ ਹੀ ਕਈ ਥਾਈਂ ਭੇਡਾਂ ਲਿਖਿਆ ਹੈ। ਬਾਕੀ ਗੁਰੂ ਕੀ ਸੰਗਤ ਤਾਂ ਬਹੁਤ ਹੀ ਸਤਿਕਾਰਯੋਗ ਹੈ। ਵਿਦਵਾਨ ਲੋਕ ਕੌਮਾਂ ਦੀ ਸ਼ਕਤੀ ਹੁੰਦੇ ਹਨ। ਇਸੇ ਨੂੰ ਹੀ ਅੰਗਰੇਜ਼ੀ ਵਿੱਚ ਵਿਦਵਤਾ ਦੇ ਸੋਮੇ ਕਿਹਾ ਜਾਂਦਾ ਹੈ। ਪਰ ਲੱਲੀ ਛੱਲੀ ਵਿਦਵਾਨਾਂ ਦਾ ਵੀ ਸਿੱਖਾਂ ਵਿੱਚ ਘਾਟਾ ਨਹੀਂ। ਅਮਰੀਕਾ ਵਿੱਚ ਇਹੋ ਜਿਹੇ ਵਿਦਵਾਨਾਂ ਦਾ ਨਾਂ ਉੱਚ ਕੋਟੀ ਦੇ ਨੀਚ ਵਿਦਵਾਨ ਪਿਆ ਹੋਇਆ ਹੈ। ਹਿਟਲਰ ਨੇ ਐਸੇ ਵਿਦਵਾਨਾਂ ਨੂੰ ਹੀ ਸਮਾਜ ਦਾ ਕਬਾੜ ਅਰਥਾਤ ਸਕ੍ਰੈਪ ਆਫ ਦ ਸੋਸਾਇਟੀ ਕਿਹਾ ਹੈ। ਉਸਦਾ ਖਿਆਲ ਸੀ ਕਿ ਇਸ ਕਿਸਮ ਦੇ ਵਿਦਵਾਨ ਗੱਲ ਨੂੰ ਕਿਸੇ ਸਿਰੇ ਨਹੀਂ ਲੱਗਣ ਦਿੰਦੇ ਤੇ ਸਿੱਧੀ ਪੱਧਰੀ ਗੱਲ ਦੇ ਵੀ ਉਲਟ ਅਰਥ ਕੱਢਦੇ ਹਨ ਤੇ ਨਤੀਜਾ ਕੋਈ ਨਹੀਂ ਕੱਢਦੇ। ਜੇ 100 ਵਿਦਵਾਨਾਂ ਨੂੰ ਇੱਕ ਕਮਰੇ ਵਿੱਚ ਵਾੜ ਕੇ ਕਿਸੇ ਸਮੱਸਿਆ ਤੇ ਵਿਚਾਰ ਕਰਨ ਨੂੰ ਕਿਹਾ ਜਾਵੇ ਤਾਂ ਹਰ ਇੱਕ ਦੀ ਰਾਏ ਵੱਖੋ ਵੱਖਰੀ ਹੁੰਦੀ ਹੈ। 100 ਲੋਕਾਂ ਦੇ 100 ਵਿਚਾਰ ਹੋਣ ਤਾਂ ਮਸਲਾ ਹੱਲ ਕਿਵੇਂ ਹੋਵੇ। ਵਿਦਵਾਨਾਂ ਦੀ ਇਹੋ ਸਮੱਸਿਆ ਹੀ ਅੱਜ ਸਿੱਖੀ ਵਿੱਚ ਵੀ ਹੈ। ਇਹ ਕਿਤਾਬ ਲਿਖ ਕੇ ਮੈਂ ਕੋਈ ਗੁਸਤਾਖੀ ਨਹੀਂ ਕੀਤੀ। ਇੱਕ ਗੰਭੀਰ ਸਮੱਸਿਆ ਵੱਲ ਸਾਰੀ ਸਿੱਖ ਸੰਗਤ ਦਾ ਧਿਆਨ ਦਿਵਾਉਣਾ ਹੀ ਮੇਰਾ ਮਕਸਦ ਹੈ। ਕਿਸੇ ਨੂੰ ਇਹ ਕਿਤਾਬ ਠੀਕ ਲੱਗੇਗੀ, ਕਿਸੇ ਨੂੰ ਗਲਤ। ਕੋਈ ਆਖੇਗਾ ਸਿੱਖ ਨਿਗਲਿਆ ਗਿਆ ਹੈ, ਕੋਈ ਆਖੇਗਾ ਨਹੀਂ। ਬਸ
ਪੰਥ ਵਿੱਚ ਇਹ ਚਰਚਾ ਚੱਲ ਪਵੇ ਤਾਂ ਸ਼ਾਇਦ ਸਿੱਖਾਂ ਦਾ ਕੋਈ ਭਲਾ ਹੀ ਹੋ ਜਾਵੇ। ਮੇਰੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ। ਕੁਲਬੀਰ ਸਿੰਘ ਕੌੜਾ। ਜੈਨ ਧਰਮ। ਜੈਨ ਧਰਮ ਭਾਰਤ ਵਿੱਚ ਪੈਦਾ ਹੋਏ ਧਰਮਾਂ ਵਿੱਚੋਂ ਇੱਕ ਹੈ। ਜੇ ਜੈਨੀਆਂ ਦੀ ਗੱਲ ਕਰੀਏ ਤਾਂ ਜੈਨੀਆਂ ਦੇ ਗੁਰੂ ਮਹਾਵੀਰ ਵੀ ਬੁੱਧ ਧਰਮ ਦੇ ਮਹਾਤਮਾ ਬੁੱਧ ਤੇ ਸਿੱਖਾਂ ਦੇ 10 ਗੁਰੂਆਂ ਵਾਂਗ ਕਸ਼ਤਰੀ ਸਨ, ਬਲਕਿ ਜੈਨ ਧਰਮ ਦੇ 24 ਦੇ 24 ਤੀਰਥੰਕਰ ਹੀ ਕਸ਼ਤਰੀ ਸਨ। ਇਸ ਧਰਮ ਦੀਆਂ ਮੁੱਖ ਸੰਪਰਦਾਵਾਂ ਦਿਗੰਬਰ ਜੈਨ ਤੇ ਸ਼ਵੇਤਾਂਬਰ ਜੈਨ ਹਨ। ਸ਼ਵੇਤਾਂਬਰ ਸਫੇਦ ਕੱਪੜੇ ਪਾਉਂਦੇ ਹਨ ਤਾਂ ਹੀ ਇਹਨਾਂ ਦਾ ਨਾਂ ਸ਼ਵੇਤਾਂਬਰ ਪੈ ਗਿਆ ਹੈ ਅਤੇ ਦਿਗੰਬਰ ਨੰਗੇ ਰਹਿੰਦੇ ਹਨ। ਜੈਨ ਧਰਮ ਦੇ ਪਹਿਲੇ ਤੀਰਥੰਕਰ ਰਿਸ਼ਭ ਦੇਵ ਸਨ। ਇਹ ਧਰਮ ਆਪਣੇ ਅਹਿੰਸਾ ਦੇ ਸਿਧਾਂਤ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਅਸਲ ਵਿੱਚ ਸ਼ਬਦ ਜੈਨ ਜਿੰਨ ਤੋਂ ਬਣਿਆ ਹੈ, ਜਿਸ ਦਾ ਅਰਥ ਹੁੰਦਾ ਹੈ ਆਪਣੀਆਂ ਸਾਰੀਆਂ ਇੱਛਾਵਾਂ ਤੇ ਕਾਮਨਾਵਾਂ ਉੱਪਰ ਜਿੱਤ ਪਾਉਣ ਵਾਲਾ। ਜਦੋਂ ਜੈਨੀ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਤੀਰਥੰਕਰ ਨੂੰ ਵੀ ਜਿੰਨ ਆਖ ਕੇ ਵਡਿਆਉਂਦੇ ਹਨ। ਤੀਰਥੰਕਰ ਤੋਂ ਭਾਵ ਧਾਰਮਿਕ ਗੁਰੂ ਹੈ। ਵੈਸੇ ਤਾਂ ਜੈਨ ਧਰਮ ਸਾਰੇ ਭਾਰਤ ਵਿੱਚ ਹੀ ਹੈ, ਪਰ ਫਿਰ ਵੀ ਪੂਰਬ ਵਿੱਚ ਮਗਧ, ਪੱਛਮ ਵਿੱਚ ਗੁਜਰਾਤ ਤੇ ਦੱਖਣ ਵਿੱਚ ਕਰਨਾਟਕ ਅੰਦਰ ਇਸ ਧਰਮ ਦੇ ਪੈਰੋਕਾਰ ਜ਼ਿਆਦਾ ਹਨ। ਮਹਾਵੀਰ 24ਵੇਂ ਤੀਰਥੰਕਰ ਸਨ। ਇਹਨਾਂ ਨੂੰ ਹੀ ਵਰਧਮਾਨ ਵੀ ਕਹਿੰਦੇ ਹਨ। ਇਸੇ ਲਈ ਹੀ ਹਰ ਜੈਨੀ ਦੀ ਜ਼ੁਬਾਨ ਤੇ ਮਹਾਵੀਰ ਦਾ ਨਾਂ ਹੁੰਦਾ ਹੈ। ਸਿੱਖਾਂ ਦੇ 10 ਗੁਰੂਆਂ ਵਾਂਗ ਇਹਨਾਂ ਦੇ ਵੀ 24 ਤੀਰਥੰਕਰਾਂ ਤੋਂ ਬਾਅਦ ਹੋਰ ਕੋਈ ਤੀਰਥੰਕਰ ਨਹੀਂ ਹੋਇਆ। ਜੈਨੀਆਂ ਦੇ 24 ਤੀਰਥੰਕਰ ਭਾਵੇਂ ਕਸ਼ਤਰੀ ਸਨ, ਪਰ ਉਹਨਾਂ ਦੇ 11 ਦੇ 11 ਗੰਧਰਵ ਚੇਲੇ ਸਾਰੇ ਬ੍ਰਾਹਮਣ ਸਨ। ਉਹਨਾਂ ਬ੍ਰਾਹਮਣਾਂ ਨੇ ਪੂਰਾ ਜੈਨ ਧਰਮ ਹੀ ਬ੍ਰਾਹਮਣੀ ਰੰਗ ਵਿੱਚ ਰੰਗ ਦਿੱਤਾ ਤੇ ਐਸਾ ਸਾਹਿਤ ਰਚਿਆ ਕਿ ਜੈਨੀਆਂ ਦੀ ਪੂਰੀ ਹੋਂਦ ਹੀ ਬ੍ਰਾਹਮਣਾਂ ਨੇ ਆਪਣੇ ਹੱਥ ਕਰ ਲਈ ਤੇ ਇਸ ਤਰ੍ਹਾਂ ਜੈਨ ਧਰਮ ਦੇ 2 ਵੱਖਰੇ ਟੁਕੜੇ ਹੋ ਕੇ ਦਿਗੰਬਰ ਜੈਨੀਆਂ ਤੇ ਸ਼ਵੇਤਾਂਬਰ ਜੈਨੀਆਂ ਵਿੱਚ ਵੰਡੇ ਗਏ। ਦਿਗੰਬਰ ਜੈਨ ਖੁੱਲੀ ਅੱਖ ਵਾਲੇ ਮਹਾਵੀਰ ਦੀ ਮੂਰਤੀ ਸਾਹਮਣੇ ਪੂਜਾ ਕਰਦੇ ਹਨ ਤੇ ਸ਼ਵੇਤਾਂਬਰ ਜੈਨ ਮਿੱਟੀਆਂ ਅੱਖਾਂ ਵਾਲੇ ਮਹਾਵੀਰ ਦੀ ਮੂਰਤੀ ਅੱਗੇ। ਜਿੱਥੇ ਕਿਤੇ ਇੱਕ ਹੀ ਮੰਦਰ ਵਿੱਚ ਦੋਵੇਂ ਧੜੇ ਇਕੱਠੇ ਹੋ ਜਾਣ, ਉੱਥੇ ਦੋਵੇਂ ਧੜੇ ਵੱਖੋ ਵੱਖਰੀ ਪੂਜਾ ਕਰਨ ਦੀ ਜਿੱਦ ਕਰਦੇ ਹਨ ਤੇ ਇਸ ਗੱਲ ਤੇ ਫਸਾਦ ਵੀ ਹੋ ਜਾਂਦੇ ਹਨ। ਡਾਂਗਾ ਸੋਟੇ ਚੱਲਦੇ ਹਨ ਤੇ ਕਈਆਂ ਜੈਨੀਆਂ ਦਾ ਲਹੂ ਚੌਂਦਾ ਫਿਰਦਾ ਹੈ ਤੇ ਅਹਿੰਸਾ ਦੀ ਪੁਜਾਰੀ ਕੌਮ ਮਰਨ ਮਾਰਨ ਤੇ ਤੁਲ ਜਾਂਦੀ ਹੈ। ਇਹ ਗੱਲ ਬਾਅਦ ਵਿੱਚ ਇਹਨਾਂ 2 ਧੜਿਆਂ ਤੋਂ ਵੀ ਅੱਗੇ ਲੰਘ ਗਈ ਤੇ 13 ਪੰਥੀ ਤੇ 18 ਪੰਥੀਆਂ ਵਿੱਚ ਵੰਡੀ ਗਈ। ਬ੍ਰਾਹਮਣਾਂ ਨੇ ਇੱਥੋਂ ਤੱਕ ਘੁਸਪੈਠ ਕਰ ਲਈ ਕਿ ਜੈਨੀਆਂ ਨੂੰ ਵੀ ਆਪਣੇ ਵਰਗੇ ਪਾਖੰਡੀ ਬਣਾ ਲਿਆ। ਜਦੋਂ ਕੋਈ ਉਹਨਾਂ ਦੇ ਖਾਣ ਲਈ ਭੋਜਨ ਪਾ ਰਿਹਾ ਹੋਵੇ ਜਾਂ ਉਹਨਾਂ ਨੂੰ ਆਪ ਭਿਕਸ਼ਾ ਮੰਗਣ ਗਿਆ ਨੂੰ ਉਹਨਾਂ ਦੇ ਭਾਂਡੇ ਵਿੱਚ ਕੋਈ ਐਸੀ ਸਬਜ਼ੀ ਜਾਂ ਕੋਈ ਹੋਰ ਖਾਣ ਵਾਲੀ ਚੀਜ਼ ਪਾਵੇ ਜੋ ਉਹਨਾਂ ਨੂੰ ਪਸੰਦ ਨਾ ਹੋਵੇ ਜਾਂ ਸਵਾਦ ਨਾ ਲੱਗਦੀ ਹੋਵੇ ਤਾਂ ਹੱਥ ਦਾ ਇਸ਼ਾਰਾ ਕਰਕੇ ਉਹ ਚੀਜ਼ ਪਾਉਣੋਂ ਰੋਕ ਦਿੰਦੇ ਹਨ ਤੇ ਜੋ ਚੀਜ਼ ਜ਼ਿਆਦਾ ਸਵਾਦ ਲੱਗਦੀ ਹੋਵੇ ਉਹ ਹੱਥ ਨਾਲ ਹੋਰ ਪਾਉਣ ਦਾ ਇਸ਼ਾਰਾ ਕਰ ਦਿੰਦੇ ਹਨ। ਜੈਨੀਆਂ ਦੀ ਸਿੱਖਿਆ ਅਨੁਸਾਰ ਜੋ ਘਰ ਵਾਲਾ ਪਾ ਦੇਵੇ ਉਹ ਹੀ ਚੁੱਪਚਾਪ ਲੈ ਲੈਣਾ ਚਾਹੀਦਾ ਹੈ ਤੇ ਕਿਸੇ ਚੀਜ਼ ਦੀ ਵੀ ਮੰਗ ਨਹੀਂ ਕਰਨੀ ਚਾਹੀਦੀ। ਪਰ ਬ੍ਰਾਹਮਣ ਨੇ ਖੱਚਰ ਵਿਦਿਆ ਨਾਲ ਇਹ ਤਰੀਕਾ ਕੱਢ ਲਿਆ ਕਿ ਮੂੰਹੋਂ ਨਾ ਬੋਲੋ ਤੇ ਹੱਥ ਨਾਲ ਜਾਂ ਸੈਨਤ ਨਾਲ ਸਵਾਦੀ ਭੋਜਨ ਵੱਧ ਲੈ ਲਓ। ਹਾਲਾਂਕਿ ਜੈਨ ਧਰਮ ਗ੍ਰੰਥਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਭੋਜਨ ਇਸ ਤਰ੍ਹਾਂ ਖਾਓ ਜਿਵੇਂ ਮਿੱਟੀ ਖਾਈਦੀ ਹੈ। ਹਿੰਦੂ ਕਹਿੰਦੇ ਹਨ ਆਤਮਾ ਵੀ ਹੈ ਤੇ ਪਰਮਾਤਮਾ ਵੀ, ਪਰ ਜੈਨੀ ਕਹਿੰਦੇ ਹਨ ਕਿ ਆਤਮਾ ਹੈ ਪਰ ਪਰਮਾਤਮਾ ਨਹੀਂ ਹੈ। ਬੋਧੀ ਕਹਿੰਦੇ ਹਨ ਨਾ ਆਤਮਾ ਹੈ ਨਾ ਪਰਮਾਤਮਾ। ਇਸੇ ਲਈ ਹੀ ਇਹ ਧਰਮ ਵੱਖੋ ਵੱਖਰੇ ਹਨ। ਹਿੰਦੂ ਅਤੇ ਯਹੂਦੀ ਜਨਮ ਤੋਂ ਧਰਮ ਮੰਨਦੇ ਹਨ। ਈਸਾਈ, ਮੁਸਲਮਾਨ, ਬੋਧੀ, ਜੈਨੀ ਅਤੇ ਸਿੱਖ ਕਰਮ ਨਾਲ ਧਰਮ ਮੰਨਦੇ ਹਨ। ਜੈਨੀ ਮੂੰਹ ਤੇ ਪੱਟੀ ਇਸ ਲਈ ਬੰਨ੍ਹਦੇ ਹਨ ਤਾਂ ਕਿ ਹਵਾ ਵਿੱਚ ਉੱਡਦੇ ਫਿਰਦੇ ਨਿੱਕੇ ਨਿੱਕੇ ਜੀਆਂ ਜੰਤ ਸਾਹ ਲੈਣ ਨਾਲ ਅੰਦਰ ਨਾ ਲੰਘ ਜਾਣ ਤੇ ਮਰ ਨਾ ਜਾਣ। ਪੈਰੋਂ ਨੰਗੇ ਇਸ ਕਰਕੇ ਰਹਿੰਦੇ ਹਨ ਕਿ ਧਰਤੀ ਤੇ ਤੁਰਨ ਫਿਰਨ ਵਾਲਾ ਕੋਈ ਕੀੜਾ ਮਕੌੜਾ ਜਾਂ ਕੋਈ ਹੋਰ ਜਾਨਵਰ ਪੈਰ ਥੱਲੇ ਆ ਕੇ ਮਰ ਨਾ ਜਾਵੇ।
ਮੋਢੇ ਤੇ ਬੁਰਸ਼ਨੁਮਾ ਕੁੱਚ ਰੱਖਦੇ ਹਨ ਤਾਂ ਕਿ ਜਿੱਥੇ ਬੈਠਣਾ ਹੋਵੇ ਉਹਦੇ ਨਾਲ ਥਾਂ ਸਾਫ਼ ਕਰਕੇ ਬੈਠਿਆ ਜਾਵੇ, ਤਾਂ ਕਿ ਬੈਠਣ ਨਾਲ ਦੇਹ ਦੇ ਭਾਰ ਨਾਲ ਕੋਈ ਜੀਆ ਜੰਤ ਨਾ ਦੱਬਿਆ ਜਾਵੇ। ਜੈਨੀ ਨਹਾਉਂਦੇ ਵੀ ਨਹੀਂ ਤਾਂ ਕਿ ਸਰੀਰ ਨਾਲ ਲੱਗੇ ਕੀੜੇ ਮਰ ਨਾ ਜਾਣ। ਦੰਦਾਂ ਨੂੰ ਬੁਰਸ਼ ਵਗੈਰਾ ਕਰਨਾ ਵੀ ਮਨਾ ਹੈ। ਜਿਹੜਾ ਬੰਦਾ ਨਹਾਏਗਾ ਨਹੀਂ ਉਹਦੇ ਜੂਆਂ ਤਾਂ ਪੈ ਹੀ ਜਾਂਦੀਆਂ ਹਨ। ਉਸਤਰੇ ਨਾਲ ਇਸ ਕਰਕੇ ਸਿਰ ਨਹੀਂ ਮੁੰਨਦੇ ਤਾਂ ਕਿ ਜੂਆਂ ਵੱਢੀਆਂ ਨਾ ਜਾਣ, ਇਸ ਲਈ ਵਾਲਾਂ ਨੂੰ ਇੱਕ ਇੱਕ ਕਰਕੇ ਪੁੱਟਦੇ ਹਨ। ਜੈਨੀ ਮਹਾਤਮਾ ਗਾਂਧੀ ਨਾਲ ਬੜੇ ਖੁਸ਼ ਸਨ। ਸਭ ਤੋਂ ਵੱਧ ਜੈਨੀ ਹੀ ਮਹਾਤਮਾ ਗਾਂਧੀ ਨਾਲ ਜੇਲ੍ਹ ਜਾਂਦੇ ਰਹੇ ਕਿਉਂਕਿ ਉਹ ਹਿੰਸਾ ਨੂੰ ਨਿੰਦਦੇ ਸਨ ਤੇ ਜੈਨੀਆਂ ਨੂੰ ਇਹ ਗੱਲ ਪਸੰਦ ਸੀ। DAV ਕਾਲਜ ਵਿੱਚ ਮੇਰੇ ਨਾਲ ਜੈਨੀ ਮੁੰਡੇ ਪੜ੍ਹਦੇ ਸਨ, ਜਿਨ੍ਹਾਂ ਨਾਲ ਮੈਂ ਉਹਨਾਂ ਦੇ ਘਰ ਵੀ ਕਈ ਵਾਰ ਜਾਂਦਾ ਸਾਂ। ਅੱਜ ਕੱਲ੍ਹ ਦੇ ਮੁੰਡੇ ਜੈਨ ਧਰਮ ਦੇ ਨਿਯਮਾਂ ਦੀ ਪਾਲਣਾ ਉੱਕਾ ਹੀ ਨਹੀਂ ਕਰਦੇ। ਮੁੰਡੇ ਕੁੜੀਆਂ ਖੁਸ਼ਬੂਦਾਰ ਸਾਬਣਾਂ ਤੇ ਤੇਲਾਂ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ, ਪਰ ਉਹਨਾਂ ਦੇ ਘਰਾਂ ਵਿੱਚ ਇੱਕ ਅੱਧ ਬੁੱਢਾ ਜ਼ਰੂਰ ਹੁੰਦਾ ਹੈ ਜਿਹੜਾ ਜੈਨ ਨਿਯਮਾਂ ਦਾ ਪਾਲਣ ਕਰਦਾ ਹੋਵੇ। ਪਰਿਯੂਸ਼ਨ ਪਰਵ ਜੈਨੀਆਂ ਦਾ ਬੜਾ ਮਹਾਨ ਤਿਉਹਾਰ ਹੈ ਜਿਸ ਨੂੰ ਜੈਨੀ ਧੂਮ-ਧਾਮ ਨਾਲ ਮਨਾਉਂਦੇ ਹਨ। ਉਹਨਾਂ ਦਿਨਾਂ ਵਿੱਚ ਜੈਨੀ ਕੋਈ ਵੀ ਹਰੀ ਸਬਜ਼ੀ ਜਾਂ ਫਲ ਨਹੀਂ ਖਾਂਦੇ, ਪਰ ਉਹ ਹੀ ਸਬਜ਼ੀ ਜਾਂ ਫਲ ਜੇ ਪੱਕ ਕੇ ਪੀਲਾ ਹੋ ਜਾਵੇ ਤਾਂ ਖਾ ਲੈਂਦੇ ਹਨ। ਬ੍ਰਾਹਮਣ ਗੰਧਰਵਾਂ ਨੇ ਜੈਨੀਆਂ ਨੂੰ ਬੜੀਆਂ ਭੀਤੀਆਂ ਪੜਾ ਦਿੱਤੀਆਂ ਹਨ, ਜਿਵੇਂ ਕਿ ਪਾਣੀ ਵਿੱਚ ਮਲ ਨਹੀਂ ਤਿਆਗਣਾ। ਵੈਸੇ ਵੀ ਜੈਨੀ ਪਾਣੀ ਨੂੰ ਵੀ ਪੁਣ ਕੇ ਪੀਂਦੇ ਹਨ। ਪਾਣੀ ਵਿੱਚ ਮਲ ਨਾ ਤਿਆਗਣ ਦਾ ਮਤਲਬ ਇਹ ਹੋਇਆ ਕਿ ਉਹ ਫਲਸ਼ ਸਿਸਟਮ ਵੀ ਨਹੀਂ ਵਰਤ ਸਕਦੇ, ਕਿਉਂਕਿ ਫਲਸ਼ ਵਿੱਚ ਵੀ ਥੋੜਾ ਜਿਹਾ ਪਾਣੀ ਤਾਂ ਥੱਲੇ ਰਹਿੰਦਾ ਹੀ ਹੈ। ਮੇਰਾ ਇੱਕ ਜੈਨੀ ਮਿੱਤਰ ਜਲੰਧਰ ਸ਼ਹਿਰ ਤੋਂ ਆਪਣੇ ਦਾਦੇ ਨੂੰ, ਜਿਹੜਾ ਬੰਗਲੌਰ ਤੋਂ ਇੱਥੇ ਆਪਣੇ ਪੁੱਤਾਂ ਪੋਤਰਿਆਂ ਕੋਲ ਆਇਆ ਹੋਇਆ ਸੀ, ਨੂੰ ਲੈ ਕੇ ਮੇਰੇ ਖੇਤਾਂ ਵਿੱਚ ਜੰਗਲ ਪਾਣੀ ਲਈ ਲਿਆਉਂਦਾ ਹੁੰਦਾ ਸੀ। ਬੁੱਢਾ ਸੱਚਮੁੱਚ ਹੀ ਬੜਾ ਪਖੰਡੀ ਜਿਹਾ ਸੀ। ਉਸਨੇ ਜਦੋਂ ਕਾਰ ਵਿੱਚੋਂ ਬਾਹਰ ਨਿਕਲਣਾ ਤਾਂ ਉਹਦੇ ਦੋਹੇ ਪੋਤਿਆਂ ਨੇ ਵੀ ਨੰਗੇ ਪੈਰੀ ਉਹਦੇ ਨਾਲ ਤੁਰਨਾ। ਜੰਗਲ ਪਾਣੀ ਜਾ ਕੇ ਉਹਨੇ ਸੋਟੀ ਲੈ ਕੇ ਆਪਣੇ ਮਲ ਨੂੰ ਚੰਗੀ ਤਰ੍ਹਾਂ ਫਰੋਲ ਦੇਣਾ। ਉਸ ਨੂੰ ਰਾਤ ਨੂੰ ਪਿਸ਼ਾਬ ਜਾਣ ਦੀ ਵੀ ਦਿੱਕਤ ਆਉਂਦੀ ਸੀ, ਕਿਉਂਕਿ ਫਲਸ਼ ਵਿੱਚ ਉਹ ਪਿਸ਼ਾਬ ਨਹੀਂ ਸੀ ਕਰਦਾ, ਇਸ ਲਈ ਉਹਨੂੰ ਕਿਸੇ ਭਾਂਡੇ ਵਿੱਚ ਪਿਸ਼ਾਬ ਕਰਵਾਉਂਦੇ ਸਨ। ਮੇਰੇ ਮਿੱਤਰ ਦੀ ਮਾਂ ਨੇ ਮੈਨੂੰ ਕਈ ਵਾਰ ਕਿਹਾ, ਤੁਸੀਂ ਸਿੱਖ ਚੰਗੇ ਹੋ, ਅਸੀਂ ਤਾਂ ਵਕਤ ਨੂੰ ਫਸੇ ਹੋਏ ਹਾਂ। ਜੈਨੀ ਖੇਤੀ ਨਹੀਂ ਕਰਦੇ ਕਿਉਂਕਿ ਖੇਤੀ ਵਿੱਚ ਤਾਂ ਅਰਬਾਂ ਖਰਬਾਂ ਦੀਆਂ ਜਨਤਾ ਦੀ ਹੱਤਿਆ ਹੁੰਦੀ ਹੈ, ਭਾਵੇਂ ਕੋਈ ਜਾਣ ਕੇ ਨਾ ਵੀ ਕਰੇ। ਇਸ ਲਈ ਜੈਨੀਆਂ ਨੇ ਖੇਤੀ ਛੱਡ ਕੇ ਹੋਰ ਧੰਦੇ ਸ਼ੁਰੂ ਕਰ ਲਏ ਤੇ ਵਿਆਜ ਤੇ ਪੈਸਾ ਚੜਾਉਣ ਲੱਗ ਪਏ। ਬ੍ਰਾਹਮਣ ਕਿਉਂਕਿ ਸ਼ੁਰੂ ਤੋਂ ਹੀ ਲੁੱਟਣ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਬੜਾ ਲੋਟੂ ਹੈ, ਇਸ ਲਈ ਗੰਧਰਵਾਂ ਨੇ ਵਿਆਜ, ਚੱਕਰਵਰਤੀ ਵਿਆਜ ਅਤੇ ਲੁੱਟਣ ਦੀਆਂ ਕਈ ਹੋਰ ਕਾਢਾਂ ਕੱਢ ਲਈਆਂ। ਦੇਸ਼ ਵਿੱਚ ਕੱਪੜੇ ਦੇ ਵਪਾਰ ਦਾ 70% ਹਿੱਸਾ ਜੈਨੀਆਂ ਕੋਲ ਹੈ। ਵਰਧਮਾਨ ਨਿਟਿੰਗ, ਭਾਰਤ ਵਰਧਮਾਨ ਹੋਜਰੀ ਤੇ ਵਿਮਲ ਆਦਿ ਕਈ ਫਰਮਾਂ ਦੇ ਮਾਲਕ ਜੈਨੀ ਅਰਬਾਪਤੀ ਹਨ। ਦੇਸ਼ ਦੇ ਕੱਪੜੇ ਦੀਆਂ ਸਭ ਤੋਂ ਵੱਡੀਆਂ ਮਿੱਲਾਂ ਜੈਨੀਆਂ ਦੀਆਂ ਹਨ। ਜੈਨੀਆਂ ਦੀ ਨਵੀਂ ਪੀੜ੍ਹੀ ਹੁਣ ਬਹੁਤ ਆਵਾਜ਼ਾਰ ਹੋ ਚੁੱਕੀ ਹੈ। ਮੇਰੇ ਇੱਕ ਜੈਨੀ ਮਿੱਤਰ ਦੀ ਭੈਣ ਆਪਣੇ ਸਹੁਰਿਆਂ ਤੋਂ ਆਪਣੇ ਪਤੀ ਨਾਲ ਪੇਕੇ ਘਰ ਆਈ ਤਾਂ ਮੈਂ ਉਹਨਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ। ਅਸਾਂ ਪਹਿਲਾਂ ਹੀ ਮੀਟ ਬਣਾਇਆ ਹੋਇਆ ਸੀ ਜੋ ਉਹਨਾਂ ਦੇ ਆਉਣ ਤੇ ਅਸਾਂ ਲੁਕਾ ਦਿੱਤਾ। ਜਦੋਂ ਉਹ ਕੁੜੀ ਰਸੋਈ ਵਿੱਚ ਮੇਰੀ ਪਤਨੀ ਨਾਲ ਗੱਪਸ਼ਪ ਕਰ ਰਹੀ ਸੀ ਤਾਂ ਪਤਾ ਨਹੀਂ ਕਿਵੇਂ ਉਹਨੇ ਸਾਡਾ ਲੁਕਾਇਆ ਹੋਇਆ ਮੀਟ ਵੇਖ ਲਿਆ, ਜਿਸ ਦਾ ਸਾਨੂੰ ਕੋਈ ਪਤਾ ਨਾ ਲੱਗਾ। ਉਹਨੇ ਆਪਣੇ ਪਤੀ ਦੇ ਕੰਨ ਵਿੱਚ ਇਹ ਗੱਲ ਦੱਸੀ। ਉਹ ਹੱਸਿਆ ਤੇ ਫਿਰ ਮੈਨੂੰ ਕਹਿਣ ਲੱਗਾ, ਯਾਰ ਸਾਨੂੰ ਖਾਣੇ ਤੇ ਵੀ ਸੱਦਿਆ ਤੇ ਹੁਣ ਭਾਬੀ ਸਾਡੇ ਤੋਂ ਲੁਕਾ ਲੁਕਾ ਕੇ ਖਾਣਾ ਰੱਖ ਰਹੀ ਹੈ। ਤੁਸੀਂ ਕਹਿੰਦੇ ਹੋਵੋਗੇ ਕਿ ਇਹਨਾਂ ਦੇ ਜਾਣ ਤੋਂ ਬਾਅਦ ਹੀ ਮੀਟ ਖਾਵਾਂਗੇ। ਮੈਂ ਸਮਝ ਗਿਆ ਕਿ ਇਹਨੂੰ ਸਾਡੇ ਲੁਕਾਏ ਹੋਏ ਮੀਟ ਦਾ ਪਤਾ ਲੱਗ ਗਿਆ ਹੈ। ਮੈਂ ਸੋਚਿਆ ਇਹਨਾਂ ਜੈਨੀਆਂ ਨੇ ਖਾਣ ਲਈ ਨਹੀਂ, ਸ਼ਾਇਦ ਇਸ ਕਰਕੇ ਕਿਹਾ ਹੈ ਕਿ ਅਸਾਂ ਇੱਥੇ ਖਾਣਾ ਨਹੀਂ ਖਾਣਾ ਕਿਉਂਕਿ ਤੁਹਾਡੀ ਰਸੋਈ ਵਿੱਚ ਮੀਟ ਬਣਿਆ ਹੈ। ਇਸੇ ਡਰ ਕਰਕੇ ਮੈਂ ਸਾਫ਼ ਮੁੱਕਰ ਗਿਆ ਕਿ ਮਾਂਸ ਸਾਡੇ ਘਰ ਬਣਿਆ ਹੈ। ਮਿੰਨੀ ਦੋਸਤ ਦੀ ਭੈਣ ਰਸੋਈ ਵਿੱਚ ਗਈ ਤੇ ਪਤੀਲਾ ਲਿਆ ਕੇ ਖਾਣੇ ਵਾਲੇ ਮੇਜ਼ ਤੇ ਰੱਖ ਦਿੱਤਾ। ਮਿੰਨੀ ਦੋਸਤ ਦੀ ਭੈਣ ਰਸੋਈ ਵਿੱਚ ਗਈ ਤੇ ਪਤੀਲਾ ਲਿਆ ਕੇ ਖਾਣੇ ਵਾਲੇ ਮੇਜ਼ ਤੇ ਰੱਖ ਦਿੱਤਾ। ਫਿਰ ਯੋਗੇਸ਼ ਜੈਨ ਨੇ ਕਿਹਾ,
उधर भाबी होर की बनाई तुरी जांदी है। 3-4 सब्जियां दे नाम मिनी ने दसे तां उहने कहा, मैं तां मीट नाल ही रोटी खा लैनी है, तुसी जो मर्जी खाओ। फिर उसने शराब भी मंग लई, मैं लिया के सामने रख दित्ती। हुण गल तां साफ सी, सानू खुशी भी बड़ी होई, माहौल भी बहुत वधिया बन गया। पर जदों मीट खान लगे तां मेरे दोस्त ने कहा, वेख बई हुण तैनू प्रण करना पएगा, हथ अगे कर। मैं हथ अगे कीता तां उन्हां तिन्नां ही जैनी प्राहुणियां ने मेरे हथ ते हथ रख दित्ते ते कहा, जे तूं किसे नूं दस्सिया तां तैनू महावीर दा घाटा। मैं कहा, नहीं नहीं, मैं किसे नूं नहीं दसदा, पर यह महावीर दा घाटा की होया? ਉਹ ਕਹਿਣ ਲੱਗੇ, ਇਹ ਆਖ ਕੇ ਹੀ ਅਸੀਂ ਸਹੁੰ ਪਾਉਂਦੇ ਹਾਂ। ਉਸ ਤੋਂ ਬਾਅਦ ਉਹ ਕੁੜੀ ਜਦੋਂ ਵੀ ਆਉਂਦੀ ਉਹਦਾ ਪਤੀ ਉਹਨੂੰ ਲੈ ਕੇ ਸਾਡੇ ਘਰ ਆ ਜਾਂਦਾ। ਉਹਨਾਂ ਦੀ ਰੋਟੀ ਬਣਾਉਣੀ ਬੜੀ ਸੌਖੀ ਸੀ, ਬਸ ਮੀਟ ਤੇ ਸ਼ਰਾਬ, ਹੋਰ ਉਚੇਚ ਦੀ ਲੋੜ ਹੀ ਨਹੀਂ ਸੀ। ਮਿੰਨੀ ਦੇ ਪਤੀ ਨੇ ਹੀ ਮੈਨੂੰ ਦੱਸਿਆ ਸੀ ਕਿ ਜੇ ਕਦੇ ਖੁਦਾ ਨਾ ਖਾਸਤਾ ਦਿਨੇ ਵੀ ਸ਼ਰਾਬ ਪੀਣੀ ਪੈ ਜਾਵੇ ਤਾਂ ਡਰਾਈ ਜਿਨ ਸ਼ਰਾਬ ਨਹੀਂ ਪੀਣੀ ਚਾਹੀਦੀ। ਭਾਵੇਂ ਉਸ ਦੀ ਸ਼ਰਾਬ ਵਰਗੀ ਕੋਈ ਬੋ ਨਹੀਂ ਹੁੰਦੀ, ਪਰ ਫੇਰ ਵੀ ਉਹ ਸਿਹਤ ਨੂੰ ਖਰਾਬ ਕਰਦੀ ਹੈ ਤੇ ਉਸ ਨਾਲ ਕਲੇਜਾ ਧੁਖਦਾ ਰਹਿੰਦਾ ਹੈ, ਨਾਲੇ ਐਸਿਡਿਟੀ ਵੀ ਹੋ ਜਾਂਦੀ ਹੈ। ਜੇ ਦਿਨੇ ਬਿਲਕੁਲ ਪੀਣੀ ਹੀ ਪੈ ਜਾਵੇ ਤਾਂ ਆਮ ਵਿਸਕੀ ਪੀ ਕੇ ਮਗਰੋਂ ਅਮਰੂਦ ਜਾਂ ਅਮਰੂਦ ਨਾ ਮਿਲਣ ਤੇ ਉਹਦੇ ਪੱਤੇ ਖਾ ਲੈਣੇ ਚਾਹੀਦੇ ਹਨ, ਕਿਉਂਕਿ ਅਮਰੂਦ ਦੇ ਪੱਤਿਆਂ ਦੀ ਆਪਣੀ ਹੀ ਬੜੀ ਤਿੱਖੀ ਜਿਹੀ ਗੰਧ ਹੁੰਦੀ ਹੈ, ਜਿਸ ਥੱਲੇ ਸ਼ਰਾਬ ਦੀ ਬੋ ਨੱਪੀ ਜਾਂਦੀ ਹੈ। ਜ਼ਰੂਰਤ ਇਜਾਦ ਦੀ ਮਾਂ ਹੁੰਦੀ ਹੈ। ਉਹ ਵਿਚਾਰਾ ਜੈਨੀ ਆਪਣੇ ਜੈਨੀ ਪਰਿਵਾਰ ਤੋਂ ਚੋਰੀ ਸ਼ਰਾਬ ਪੀਂਦਾ ਸੀ। ਸ਼ਾਇਦ ਇਸੇ ਲਈ ਹੀ ਉਹਨੇ ਇਹ ਤਰੀਕਾ ਲੱਭ ਲਿਆ ਹੋਵੇ। ਆਪਣੇ ਸਹੁਰੇ ਪਰਿਵਾਰ ਵਿੱਚ ਵੀ ਉਹਦੀ ਸ਼ਰਾਬ ਦਾ ਕਿਸੇ ਨੂੰ ਪਤਾ ਨਹੀਂ ਸੀ। ਇੱਕ ਵਾਰ ਆਪਣੇ ਬੇਟੇ ਦੇ ਜਨਮ ਦਿਨ ਤੇ ਮੈਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਹੀ ਆਪਣੇ ਘਰ ਖਾਣੇ ਤੇ ਬੁਲਾਇਆ। ਮੇਰੀ ਪਤਨੀ ਨੇ ਸ਼ੁੱਧ ਸ਼ਾਕਾਹਾਰੀ ਖਾਣਾ ਤਿਆਰ ਕੀਤਾ। ਬਾਸਮਤੀ ਦੇ ਲੂਣ ਵਾਲੇ ਚੌਲਾਂ ਵਿੱਚ ਅਦਰਕ ਤੇ ਸਬਜ਼ੀ ਦੇ ਟੁਕੜੇ ਪਾ ਕੇ ਪਲਾਓ ਜਿਹਾ ਬਣਾਇਆ ਤੇ ਨਾਲ ਮਿੱਠੇ ਵਾਲਾ ਦਹੀਂ ਸੀ। ਸਾਰਿਆਂ ਨੇ ਪਚਾਕੇ ਮਾਰ-ਮਾਰ ਕੇ ਖਾਧਾ। ਖਾਂਦਿਆਂ-ਖਾਂਦਿਆਂ ਮੇਰੀ ਪਤਨੀ ਨੂੰ ਹਰੀਸ਼ ਦੀ ਮਾਂ ਨੇ ਪੁੱਛਿਆ, ਬੇਟਾ ਮੈਨੂੰ 2 ਗੱਲਾਂ ਦੱਸ। ਪਹਿਲੀ ਤਾਂ ਇਹ ਕਿ ਤੇਰੇ ਬਣਾਏ ਹੋਏ ਚੌਲ ਇਕੱਲੇ-ਇਕੱਲੇ ਹਨ। ਅਸੀਂ ਕਈ ਵਾਰ ਬਣਾਏ ਹਨ, ਪਰ ਉਹ ਕਿੱਪਾ ਜਿਹਾ ਬਣ ਜਾਂਦੇ ਹਨ। ਦੂਜਾ, ਤੇਰਾ ਡੂੰਘੇ ਵਿੱਚ ਦਹੀਂ ਚੱਕੇ ਵਰਗਾ ਜੰਮਿਆ ਹੈ ਤੇ ਦਹੀਂ ਵਿੱਚ ਮਾਸਾ ਵੀ ਪਾਣੀ ਨਹੀਂ, ਪਰ ਸਾਡਾ ਦਹੀਂ ਫੁੱਟੀਆਂ ਜਹੀਆਂ ਵਾਲਾ ਹੁੰਦਾ ਹੈ ਤੇ ਪਾਣੀ ਸਿਮਦਾ ਰਹਿੰਦਾ ਹੈ। ਇਹ ਕੀ ਗੱਲ? ਇਹ ਸਵਾਲ ਇਸ ਤਰ੍ਹਾਂ ਦਾ ਸੀ ਜਿਵੇਂ ਪੰਜਾਬੀ ਦੀ ਕਹਾਵਤ ਹੈ, ਵੜੀ ਬਣਾਵੇ ਕੜੀ ਤੇ ਘਿਓ ਬਣਾਵੇ ਸਾਗ, ਵੱਡੀ ਬਹੂ ਦਾ ਨਾਂ। ਮੇਰੀ ਪਤਨੀ ਨੇ ਕਿਹਾ, ਬੀਜੀ ਚੌਲ ਤਾਂ ਪੁਰਾਣੇ ਬਾਸਮਤੀ ਦੇ ਹਨ ਤੇ ਜਦੋਂ ਪੱਕ ਕੇ ਤਿਆਰ ਹੋ ਜਾਂਦੇ ਹਨ ਤਾਂ ਬਾਸਮਤੀ ਦੇ ਚੌਲਾਂ ਦੀ ਖੂਬੀ ਇਹ ਹੁੰਦੀ ਹੈ ਕਿ ਇਹ ਉਦੋਂ ਵੀ ਆਕਾਰ ਵਿੱਚ ਵੱਧਦੇ ਰਹਿੰਦੇ ਹਨ ਤੇ ਜਿਵੇਂ-ਜਿਵੇਂ ਠੰਡੇ ਹੁੰਦੇ ਜਾਂਦੇ ਹਨ ਤਿਵੇਂ-ਤਿਵੇਂ ਥੋੜੇ-ਥੋੜੇ ਆਕਾਰ ਵਿੱਚ ਘੱਟ ਹੁੰਦੇ ਜਾਂਦੇ ਹਨ, ਇਸ ਲਈ ਜੁੜਦੇ ਨਹੀਂ। ਇਹ ਖੂਬੀ ਸਿਰਫ ਚੰਗੀ ਨਸਲ ਦੇ ਬਾਸਮਤੀ ਦੇ ਚੌਲਾਂ ਵਿੱਚ ਹੀ ਹੁੰਦੀ ਹੈ, ਜਦੋਂ ਕਿ ਦੂਜੇ ਚੌਲ ਬਣਦੇ ਵੀ ਕੋਈ ਹਰਕਤ ਨਹੀਂ ਕਰਦੇ, ਇਸ ਲਈ ਇੱਕ ਦੂਜੇ ਨਾਲ ਜੁੜ ਜਾਂਦੇ ਹਨ ਤੇ ਕਿੱਪਾ ਜਿਹਾ ਬਣ ਜਾਂਦੇ ਹਨ। ਦਹੀਂ ਵੀ ਖਾਲਸ ਦੁੱਧ ਹੋਣ ਕਰਕੇ ਇਸ ਤਰ੍ਹਾਂ ਦਾ ਜੰਮਦਾ ਹੈ। ਪਾਣੀ ਵਾਲਾ ਦਹੀਂ ਤਾਂ ਪਾਣੀ ਛੱਡੇਗਾ ਹੀ। ਅਜੇ ਦਹੀਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਮਿੰਨੀ ਨੇ ਪਰੇ ਜਾ ਕੇ ਬਹਾਨੇ ਨਾਲ ਮੇਰੀ ਪਤਨੀ ਨੂੰ ਰਸੋਈ ਵਿੱਚ ਬੁਲਾਇਆ ਤੇ ਕਿਹਾ, ਜੇ ਤੁਹਾਨੂੰ ਮੰਮੀ ਪੁੱਛੇ ਕਿ ਦਹੀਂ ਵਿੱਚ ਨਿੱਕੇ-ਨਿੱਕੇ ਬੈਕਟੀਰੀਆ ਤਾਂ ਨਹੀਂ ਹੁੰਦੇ ਤਾਂ ਤੁਸੀਂ ਕਿਹੋ ਨਹੀਂ, ਕਿਉਂਕਿ ਇਹ ਤਸੱਲੀ ਕਰਨੀ ਮੇਰੀ ਮੰਮੀ ਦੀ ਆਦਤ ਬਣ ਚੁੱਕੀ ਹੈ। ਇੱਕ ਵਾਰ ਕਿਸੇ ਨੇ ਇਹਨਾਂ ਨੂੰ ਦੱਸ ਦਿੱਤਾ ਸੀ ਕਿ ਖੁਰਦਬੀਨ ਵਿੱਚ ਵੇਖੋ ਤਾਂ ਦਹੀਂ ਦੀਆਂ ਫੁੱਟੀਆਂ ਜਰਾਸੀਮਾਂ ਦੀਆਂ ਢੇਰੀਆਂ ਹੀ ਹਨ। ਉਹਨੇ ਇਹ ਵੀ ਕਿਹਾ ਕਿ ਮੇਰੀ ਮੰਮੀ ਬਿਲਕੁਲ ਅਨਪੜ੍ਹ ਹੈ ਤੇ ਸਾਡੇ ਝਾਂਸੇ ਵਿੱਚ ਆਈ ਹੋਈ ਹੈ, ਨਹੀਂ ਤਾਂ ਕਈ ਜੈਨੀ ਤਾਂ ਦਹੀਂ ਨਹੀਂ ਖਾਂਦੇ ਤੇ ਦੁੱਧ ਵੀ ਨਹੀਂ ਪੀਂਦੇ। ਅਸੀਂ ਇਹੋ ਜਿਹੇ ਲੋਕਾਂ ਨੂੰ ਮੰਮੀ ਤੋਂ ਦੂਰ ਹੀ ਰੱਖਦੇ ਹਾਂ। ਸਿੱਖਾਂ ਦੇ ਸਾਧ ਸੰਤ ਵੀ ਇਸੇ ਤਰ੍ਹਾਂ ਹੀ ਬਹੁਤ ਵੱਡੇ ਭੁਲੇਖੇ ਦੇ ਸ਼ਿਕਾਰ ਹਨ ਤੇ ਦੁੱਧ ਦੇ ਗਲਾਸਾਂ ਦੇ ਗਲਾਸ ਸਣੇ ਮਲਾਈ ਢਕਾਰ ਜਾਂਦੇ ਹਨ, ਪਰ ਨਾ ਤਾਂ ਆਂਡਾ ਖਾਂਦੇ ਹਨ ਤੇ ਨਾ ਹੀ ਮਾਸ। ਹਰ ਜਾਨਵਰ ਦਾ ਬੱਚਾ ਕੁਝ ਮਹੀਨਿਆਂ ਬਾਅਦ ਆਪਣੀ ਮਾਂ ਦਾ ਦੁੱਧ ਪੀਣਾ ਛੱਡ ਦਿੰਦਾ ਹੈ
ਤੇ ਫਿਰ ਸਾਰੀ ਜ਼ਿੰਦਗੀ ਦੁੱਧ ਨੂੰ ਮੂੰਹ ਨਹੀਂ ਲਾਉਂਦਾ। ਸਿਰਫ ਬੰਦਾ ਹੀ ਐਸਾ ਜਾਨਵਰ ਹੈ ਜਿਹੜਾ 100 ਸਾਲ ਦੀ ਉਮਰ ਤੱਕ ਵੀ ਦੁੱਧ ਨੂੰ ਚੰਬੜਿਆ ਰਹਿੰਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਇੱਕ ਸੰਸਥਾ ਹੈ ਜਿਸ ਨੇ ਸਪਸ਼ਟ ਕਿਹਾ ਹੈ ਕਿ ਦੁੱਧ ਤੇ ਖੂਨ ਵਿੱਚ ਕੋਈ ਫਰਕ ਨਹੀਂ ਹੁੰਦਾ, ਸਿਰਫ ਰੰਗ ਦਾ ਫਰਕ ਹੈ। ਖੂਨ ਤੋਂ ਹੀ ਮਾਸ ਬਣਦਾ ਹੈ ਤੇ ਖੂਨ ਤੋਂ ਹੀ ਦੁੱਧ ਬਣਦਾ ਹੈ। ਦੁੱਧ ਅਤੇ ਖੂਨ ਵਿੱਚ ਸਿਰਫ ਰੰਗ ਦਾ ਹੀ ਫਰਕ ਹੈ। ਜਦੋਂ ਕੋਈ ਜਾਨਵਰ ਪੱਠੇ ਖਾਂਦਾ ਹੈ ਤਾਂ ਉਸ ਵਿੱਚੋਂ ਹੀ ਇਹ ਸਾਰੇ ਪਦਾਰਥ ਤਿਆਰ ਹੁੰਦੇ ਹਨ। ਜਿਹੜੇ ਲੋਕ ਮਾਸ ਤਾਂ ਨਹੀਂ ਖਾਂਦੇ ਪਰ ਦਹੀਂ ਖਾ ਲੈਂਦੇ ਹਨ, ਜੇ ਉਹਨਾਂ ਨੂੰ ਖੁਰਦਬੀਨ ਥੱਲੇ ਰੱਖ ਕੇ ਦਹੀਂ ਦਾ ਇੱਕ ਕਿਣਕਾ ਵਿਖਾਇਆ ਜਾਵੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਕਿਣਕਾ ਨਹੀਂ, ਬੈਕਟੀਰੀਆ ਦੀ ਢੇਰੀ ਹੈ। ਪਤਾ ਨਹੀਂ ਇਹ ਲੋਕ ਪਾਖੰਡ ਕਰ ਕਰਕੇ ਕਿਹਨੂੰ ਵਿਖਾਉਂਦੇ ਹਨ। ਸਿਰਫ ਮਨੁੱਖ ਹੀ ਅਜਿਹਾ ਜੀਵ ਹੈ ਜਿਸ ਨੇ ਖੁਰਾਕ ਦੀ ਬੰਦਸ਼ ਨੂੰ ਤੋੜਿਆ ਹੈ, ਨਹੀਂ ਤਾਂ ਸ਼ੇਰ ਭਾਵੇਂ ਭੁੱਖਾ ਮਰ ਜਾਵੇ ਘਾਹ ਨਹੀਂ ਖਾਂਦਾ ਤੇ ਬੱਕਰੀ ਭਾਵੇਂ ਭੁੱਖੀ ਮਰ ਜਾਵੇ ਮਾਸ ਨਹੀਂ ਖਾਂਦੀ। ਮਿੰਨੀ, ਜਿਸ ਦਾ ਅਸਲੀ ਨਾਂ ਰੋਮੀਲਾ ਜੈਨ ਸੀ, ਦਾ ਰਿਸ਼ਤਾ ਵੀ ਬੜੇ ਅਜੀਬ ਤੇ ਨਾਟਕੀ ਢੰਗ ਨਾਲ ਹੋਇਆ ਸੀ। ਛੋਟੀਆਂ-ਛੋਟੀਆਂ ਬਰਾਦਰੀਆਂ ਵਿੱਚ ਕੁੜੀਆਂ ਲਈ ਮਨਪਸੰਦ ਮੁੰਡੇ ਤੇ ਮੁੰਡਿਆਂ ਲਈ ਮਨਪਸੰਦ ਕੁੜੀਆਂ ਲੱਭਣੀਆਂ ਬੜਾ ਔਖਾ ਹੁੰਦਾ ਹੈ। ਮਿੰਨੀ ਨੇ IAS ਦਾ ਇਮਤਿਹਾਨ ਦਿੱਤਾ ਪਰ ਚੁਣੀ ਨਾ ਗਈ। ਫਿਰ ਉਹਨੇ PCS ਦਾ ਇਮਤਿਹਾਨ ਦਿੱਤਾ ਤੇ ਪਾਸ ਹੋ ਗਈ। ਉਧਰ ਉਹਦੇ ਵਿਆਹ ਦੀ ਵੀ ਉਮਰ ਹੋ ਗਈ ਸੀ। ਜੈਨੀ ਆਪਣੀਆਂ ਕੁੜੀਆਂ ਨੂੰ ਬਹੁਤਾ ਚਿਰ ਘਰ ਨਹੀਂ ਬਿਠਾਈ ਰੱਖਦੇ। ਇੱਕ ਦਿਨ ਇੱਕ ਵਿਚੋਲੇ ਨੇ, ਜੋ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਹੀ ਸੰਬੰਧਿਤ ਸੀ, ਇੱਕ ਲੜਕੇ ਦੀ ਦੱਸ ਪਾਈ, ਪਰ ਨਾਲ ਹੀ ਉਹਨੇ ਇਹ ਵੀ ਕਹਿ ਦਿੱਤਾ ਕਿ ਭਾਵੇਂ ਉਸ ਲੜਕੇ ਦੀਆਂ 2 ਸਟੀਲ ਮਿੱਲਾਂ ਹਨ ਤੇ ਬਹੁਤ ਅਮੀਰ ਹੈ, ਪਰ ਘਰਦਿਆਂ ਤੋਂ ਚੋਰੀ ਕਿਤੇ-ਕਿਤੇ ਸ਼ਰਾਬ ਦੀ ਗਲਾਸੀ ਮਾਰ ਲੈਂਦਾ ਹੈ, ਹੋਰ ਕੋਈ ਨੁਕਸ ਨਹੀਂ। ਉਸ ਵਿਚੋਲੇ ਨੇ ਇਹ ਵੀ ਕਿਹਾ ਕਿ ਮੈਂ ਆਪਣੀਆਂ ਅੱਖਾਂ ਨਾਲ ਉਹਨੂੰ ਸ਼ਰਾਬ ਪੀਂਦਿਆਂ ਕਦੇ ਨਹੀਂ ਵੇਖਿਆ। ਉਹਦੇ ਇੱਕ ਦੋਸਤ ਨੇ ਇੱਕ ਵਾਰ ਮਾੜੀ ਜਿਹੀ ਗੱਲ ਕੀਤੀ ਸੀ। ਪਰਿਵਾਰ ਪੱਕਾ ਜੈਨੀ ਪਰਿਵਾਰ ਹੈ ਤੇ ਲੜਕਾ ਹੀ ਹੈ ਤੇ 3 ਭਰਾਵਾਂ ਵਿੱਚੋਂ ਘਰ ਵਿੱਚ ਇੱਕ ਹੀ ਮੁੰਡਾ ਹੈ। ਇੱਕ ਭਰਾ ਦੀਆਂ 2 ਕੁੜੀਆਂ ਹੀ ਹਨ ਤੇ ਇੱਕ ਦੇ ਘਰ ਔਲਾਦ ਨਹੀਂ ਹੋਈ। ਮੁੰਡਾ ਬਹੁਤ ਕਮਾਊ ਹੈ, ਸੁਭਾਅ ਦਾ ਬਹੁਤ ਹੀ ਚੰਗਾ ਤੇ ਹਸਮੁਖ ਹੈ। ਹੁਣ ਕੁੜੀ ਦੁਵਿਧਾ ਵਿੱਚ ਸੀ, ਇੱਕ ਪਾਸੇ PCS ਤੇ ਦੂਜੇ ਪਾਸੇ ਵਿਆਹ ਲਈ ਮੁੰਡਾ। ਕੁੜੀ ਦੀ ਇੱਕ ਵਾਰ ਮੈਜਿਸਟ੍ਰੇਟ ਦੀ ਕੁਰਸੀ ਤੇ ਬਹਿਣ ਦੀ ਖਾਹਿਸ਼ ਵੀ ਸੀ। ਇੱਕ ਦਿਨ ਮੁੰਡਾ ਕੁੜੀ ਵਾਲਿਆਂ ਦੇ ਘਰ ਮਿਲੇ ਤੇ ਮੁੰਡੇ ਨੇ ਦੂਜੀ ਮਿਲਣੀ ਆਪਣੀ ਮਿਲ ਦੇ ਦਫ਼ਤਰ ਦੀ ਰੱਖੀ। ਜਦੋਂ ਮਿੰਨੀ ਨੇ ਉਹਦੀ ਮਿਲ ਤੇ ਦਫ਼ਤਰ ਵੇਖਿਆ ਤਾਂ ਡੋਰ ਭੋਰੀ ਹੀ ਹੋ ਗਈ। ਮੁੰਡਾ ਉਸਦੇ ਅੰਦਾਜ਼ੇ ਤੋਂ ਕਿਤੇ ਵੱਧ ਅਮੀਰ ਸੀ ਤੇ ਉਹਦਾ ਦਫ਼ਤਰ ਵੀ ਬਹੁਤ ਵੱਡਾ ਤੇ ਆਲੀਸ਼ਾਨ ਸੀ। ਰਹਿੰਦੀ ਖੁੰਦੀ ਕਸਰ ਉਦੋਂ ਨਿਕਲ ਗਈ ਜਦੋਂ ਮਿਲ ਦਾ ਇੱਕ ਕਰਮਚਾਰੀ ਕੁਝ ਕਾਗਜ਼ਾਂ ਤੇ ਦਸਖਤ ਕਰਵਾਉਣ ਆਇਆ ਤੇ ਮੁੰਡੇ ਨੇ ਉਹਨੂੰ ਪੁੱਛਿਆ, "ਤੁਸੀਂ PCS ਕਦੋਂ ਕੀਤੀ ਸੀ?" ਉਸ ਕਰਮਚਾਰੀ ਨੇ ਵਿਸਥਾਰ ਨਾਲ ਦੱਸਿਆ ਕਿ ਉਹ ਕਿੱਥੇ-ਕਿੱਥੇ ਕੀ ਅਫਸਰ ਰਿਹਾ ਸੀ। ਮਿੰਨੀ ਦੀ ਅੱਧੀ ਫੂਕ ਤਾਂ ਨਿਕਲ ਹੀ ਚੁੱਕੀ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ, ਯੋਗੇਸ਼ ਨੇ ਕਿਹਾ, "ਸਾਡਾ ਇੱਕ ਹੋਰ ਕਰਮਚਾਰੀ ਵੀ PCS ਰਿਟਾਇਰ ਹੋਇਆ ਹੈ ਤੇ ਹੁਣ ਸਾਡੇ ਨਾਲ ਕੰਮ ਕਰ ਰਿਹਾ ਹੈ। ਵਿਚਾਰਾ ਬਹੁਤ ਹੀ ਚੰਗਾ ਹੈ, ਆਉਂਦਾ ਹੈ ਤਾਂ ਤੁਹਾਨੂੰ ਮਿਲਾਉਂਦੇ ਹਾਂ। ਉਹ ਜਰਾ ਬਿਜਲੀ ਦੇ ਦਫ਼ਤਰ ਕੁਝ ਬਿੱਲਾਂ ਦਾ ਝਗੜਾ ਨਿਬੇੜਨ ਗਿਆ ਹੈ।" ਮਿੰਨੀ ਇੱਕ ਦਿਨ ਆਪ ਹੀ ਦੱਸ ਰਹੀ ਸੀ ਕਿ ਇਹ ਸੁਣ ਕੇ ਤਾਂ ਉਸਦਾ ਰੋਣ ਹੀ ਨਿਕਲ ਚੱਲਿਆ ਸੀ। ਇੱਕ ਪ੍ਰਾਈਵੇਟ ਫਰਮ ਵਿੱਚ 2 ਰਿਟਾਇਰਡ PCS ਅਫਸਰ, ਇਹਦੂ ਜ਼ਿਆਦਾ ਹੋਰ ਹਨੇਰ ਕੀ ਆਉਣਾ ਹੈ। ਇਸ ਹਿਸਾਬ ਤਾਂ ਸਰਕਾਰੀ ਆਲਾ ਅਫਸਰ ਸਬਜ਼ੀ ਦੇ ਭਾਅ ਵਿਕ ਰਹੇ ਹਨ ਤੇ ਮੈਂ PCS ਦੇ ਘੁਮੰਡ ਵਿੱਚ ਆਪਣਾ ਭਵਿੱਖ ਗਵਾ ਦੇਣ ਲੱਗੀ ਸਾਂ। ਬਸ ਉਸ ਵੇਲੇ ਤੋਂ ਹੀ ਉਹਦਾ ਵਤੀਰਾ ਬਦਲ ਗਿਆ। ਉਧਰ ਯੋਗੇਸ਼ ਤਾਂ ਪਹਿਲਾਂ ਹੀ ਉਸ ਨੂੰ ਪਸੰਦ ਕਰ ਚੁੱਕਾ ਸੀ ਤੇ ਮਨ ਹੀ ਮਨ ਕਹਿ ਚੁੱਕਾ ਸੀ, "ਹਮ ਤੋ 2 बोल के हारे हैं, तुम हमारे हो, हम तुम्हारे हैं।" ਇਸੇ ਤਰ੍ਹਾਂ ਹੀ ਦੂਜੇ ਪਾਸੇ ਵੀ ਉਹ ਗੱਲ ਸੀ ਜਿਵੇਂ ਰਾਂਝੇ ਹੱਸ ਕੇ ਆਖਿਆ, "ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ।" ਉਹਨਾਂ ਦੀ ਇਸ ਮਿਲਣੀ ਦੀ ਗੱਲ ਇੱਕ ਵਾਰ ਮਿੰਨੀ ਦੇ ਪਤੀ ਨੇ ਮੇਰੇ ਘਰ ਖਾਣਾ ਖਾਂਦਿਆਂ ਸੁਣਾਈ। ਉਹ ਕਹਿਣ ਲੱਗਾ, "ਗੱਲਾਂ ਕਰਦਿਆਂ ਮੈਂ ਆਪਣਾ ਹੱਥ ਇਹਦੇ ਹੱਥ ਤੇ ਰੱਖ ਦਿੱਤਾ ਤਾਂ ਇਹਨੇ ਫੱਟ ਆਪਣਾ ਹੱਥ ਇੰਨੇ ਜ਼ੋਰ ਨਾਲ ਖਿੱਚਿਆ ਕਿ ਜੂਸ ਦੇ ਭਰੇ ਹੋਏ ਦੋਵੇਂ ਗਲਾਸ ਮੇਜ਼ ਤੋਂ ਥੱਲੇ ਡਿੱਗ ਪਏ।
सच्चे बनन दे मारे मैं पुछया की होया, तां इह कहण लगी बस एवें मैं जरा भावुक हो गई सी। एदी इह गल सुण के मैं बड़ा शर्मिंदा होया ते अपने आप नूं बड़ा हल्का महसूस किया कि भावुक तां मैं होया सी पर फिर भी इहने मेरी इज्जत रख लई है। मैं उसे दिन फैसला कर लिया कि इदां दे सुभाव वाली इह कुड़ी मैनूं बहुत ठीक रहनी है। फिर उहने मिन्नी नूं छेड़न दे ख्याल नाल मैनूं कहा, कुलबीर इहो जही जनानी तां यार घर विच रखनी ही शान है, नहीं? मिन्नी हसदी हसदी कहण लगी, मैं सब समझदी हां, इह गल उदां दी है जिवें तुसां घर विच चंगा कुत्ता रख लिया होवे। ते असीं सारे हस पए। इह गल मिन्नी ने इन्ने भोले भा कही जिवें ओह 7-8 साल दी बच्ची होवे। रहिंदी खुंदी कसर दूसरी मिल वेख के निकल गई। उधर कुड़ी वाले जैनी परिवार ने भी सोचा कि जे मुंडा मास शराब खांदा पींदा भी है तां साडी कुड़ी भी किड्डी कु जैनन है। ओह तां सारे जैन धर्म नूं ही खत्म हो चुका समझदी है। चलो मुंडा भावें शराब पींदा है पर फिर भी जैन धर्म दे संस्कारां नूं मनदा होया ओला तां रखदा ही है। विआह शादी दे मामले विच जदों कोई परिवार इदां दीआं गिणतियां गिणन लग पवे तां फिर ओह बहुता कट्टड़ नहीं रहिंदा। दो चोटी दे सिख परिवारां विच भी इसे तरह ही होया है। सरदार तेजा सिंह समुंदरी जिन्हां दे नां ते दरबार साहिब समूह विच तेजा सिंह समुंदरी हाल बणिया होया है ते जो अकाली मोर्चे वेले जेल विच ही शहीद हो गए सन ते जिन्हां दे वड्डे सपुत्तर सरदार बिशन सिंह समुंदरी गुरु नानक देव यूनीवर्सिटी दे वाइस चांसलर रहे हैं ते अग्गों उन्हां दे सपुत्तर जो नकोदर खंड मिल दे मैनेजिंग डायरैक्टर रहे हैं दी बेटी गुरु नानक देव यूनीवर्सिटी विच पढ़दी आल इंडिया सिख स्टूडेंट फेडरेशन दी बड़ी सरगर्म कारकुन सी। उसदा विआह जिस गैर जट सिख लड़के नाल होया ओह IAS तां जरूर है पर चेन समोकर जिहड़ा सिगरट बुझण ही ना देवे भी है जो सिख धर्म विच सब तो बुरा गिणिया जांदा है। ओह पतित है ते सिरों मोना भी है। इसे तरह ही एक अकाली लीडर ते मैंबर पार्लीमेंट दी भतीजी दा विआह जिस लड़के नाल होया ओह भी मोना है पर इस विच ओह कुछ नहीं सन कर सकदे। हवा भी ऐसी चल पई है कि सिखां दे पुत दिनों दिन केस कटाई जांदे हन। इस तरह दे होर भी बहुत सारे केस हैं। जदों कोई धर्म टुटना शुरू हुंदा है तां उसदे कई बरीक बरीक टुकड़े टुटदे चले जांदे हन जो बाद विच वड्डे टुकड़ियां विच तब्दील हो जांदे हन। PCS अफसरां नूं वेख के मिन्नी नूं समझ लग पई सी कि पैसा कमाउणा भी पढ़ाई वांग ही एक कला है। मिन्नी दा पति एक आदर्श व्यक्ति है। जदों दाज देण लई जैनी परिवार ने अपनी एक पिता पुरखी जायदाद वेचनी चाही तां मिन्नी दे पति ने सख्ती नाल मना कर दिता अते कहा, मैं कोई दाज दूज नहीं लेना, मैं कारखानेदार अते मिल मालक हां, कोई मंगता नहीं, मेरा भी कोई स्वैमान है। शुरू तो ही जैन धर्म विच दाज दहेज देण अते लैण दा कोई रिवाज नहीं रहा। बच्चा जम्मन ते जां किसे बहुत ही बुढ़े दे मरण ते भी कोई खर्चा नहीं किया जाता जिवें हिंदू जां सिख करदे हन। बच्चा जम्मन ते वध तो वध एक खिडौना कोई बच्चे लई लै आवे तां वखरी गल है। बच्चे लई कपड़े लियाउणे, सोने दे कड़े वगैरह पाउण आदि दा जैन धर्म विच कोई रिवाज नहीं। ना ही कदी लड़की दे सहुरे परिवार नूं ही कपड़े वगैरह देण दा रिवाज है। पर हुण हिंदू समाज दी वेखो वेखी हिंदू समाज दियां सारियां बुराइयां ही जैन धर्म विच आ चुकियां हन ते कुड़ी ते मुंडे वाले आमो सामने बह के लैण देण दा फैसला करदे हन। जैनियां विच तलाक दा रिवाज भी पहिला नहीं सी पर हुण होण लग पए हन। अपने समागमां विच जैनी बहुता करके जैनियां नूं ही सददे सन ते इस लई उन्हां नूं विखावा करन दी कदी लोड़ ही नहीं सी पैंदी। पर जदों दा हिंदू रूपी अजगर ने जैन धर्म नूं निगलिया है ते जैनी दूसरे समाजां नाल मेल गेल वधाउण लग पए हन तां रिवाज भी उन्हां दे ही अपना रहे हन। मिसाल दे तौर ते मुंदरी पाउण दी रस्म, रिंग सैरेमनी, वरमाला पाउणी आदि सारे रिवाज होण लग पए हन।
योगेश जैन आम जैनियां वांग कंजूस भी नहीं ते ओह हर 6 महीने बाद अपनी कार बदलता है। 1985 विच ओह अपनियां दोवें मिल्लां वेच के सारा सरमाया मद्रास लै गया है, क्योंकि जैनी लोग झगड़े वाले थां ते मार मराई वाले माहौल विच रह के खुश नहीं हुंदे। उत्थे उन्हां दी एक शिपिंग कंपनी है जो बहुत ही फायदे विच चल रही है। यह गल दस्सण तो मतलब सिर्फ इन्ना है कि ब्राह्मण ने जैनियां दा भोग पा दिता है। अज हालात यह हैं कि जे किसी तुरे जांदे बंदे नूं सप लड़ जावे ते कोई आखे कि कोई जैनी जां बोधी आके फूक मार देवे तां जहर लथ सकदा है, तां शायद इन्हां दोहां विचों पूरे पंजाब विचों कोई भी ना मिले। ब्राह्मणा ने जैन धर्म विच इत्थों तक घुसपैठ कर दिती सी कि जैनियां दे 24 तीर्थंकरां विचों एक औरत तीर्थंकर भी सी जिसदा नां मल्ली बाई सी। ब्राह्मण यह गल मन के चलदा है कि सारे फसाद की जड़ औरत हुंदी है ते औरत नूं ब्राह्मणवाद नरक दा दरवाजा कहण तों भी गुरेज नहीं करदा। ब्राह्मण नूं पता सी कि असां एक दिन जैन धर्म नूं अपने विच समो लैणा है, इसलिए इस दियां वागां इन्नियां ढिल्लियां नहीं छड्डणियां कि फिर यह साडे काबू विच ही ना आवे। उन्हां नूं एक औरत दा तीर्थंकर होना मंजूर नहीं सी, इसे लई ही उन्हां ने उसका नां बदल के मल्ली नाथ कर दिता, क्योंकि जैनियां दे ग्रंथां विच बार बार मल्ली नाथ नां आउण लग पिया। इसलिए लोग भुल भुला गए कि मल्ली नाथ नहीं मल्ली बाई सी ते मल्ली बाई एक औरत सी। अज जैनी भी सिखां वांग कल्प रहे हन कि ब्राह्मण ने साडा कख नहीं छड्डिया, पर जैनियां विच भी अकाल तख्त दे जथेदार जोगिंदर सिंह वेदांती वर्गे लोग पोचे पाउण लई मौजूद हन। मेरा मित्र आखे मल्ली बाई तो बदल के मल्ली नाथ ब्राह्मण ने कीता है, पर उसका दादा उस नाल सहमत नहीं सी। ओह आखे ब्राह्मण नूं की लोड़ पई सी इवें करन दी, जैनियां ने ही कीता होवेगा। पर मेरे मित्र दी दलील अगे बुढ़ा जैनी टिक ना सकिया जदों उसने कहा कि जे जैनियां ने करना हुंदा तां ओह औरत नूं तीर्थंकर ही क्यों बनन दिंदे। हुण जैनी भी अपने आप नूं खत्म ही समझदे हन। मेरे जैनी दोस्त हरीश ते उसदे पिता दी बड़ी दिलचस्प बहस हुंदी। उन्हां दी बहस दा घेरा बड़ा विशाल हुंदा। ओह जदों भी बहस करन लगदे शुरू तां जैन धर्म तो करदे, पर पहुंच मुसलमानां ते यहूदियां तक जांदे। बहस करदा करदियां बुढ़ा कोल बैठे अजनबियां नूं भी बहस विच घड़ीस लैंदा। एक दिन मेरे बैठियां ते उन्हां दी बहस इत्थों शुरू होई कि भगवान महावीर दे शरीर विच लहू नहीं दुध वगदा सी। उन्हां दा दावा सी कि इदां जैन ग्रंथां विच लिखिया होया है। हरीश ने कहा ग्रंथां विच लिखे होए दी किहड़ी गल होई, इदां तां बाइबल विच लिखिया होया है कि धरती चपटी है ते धरती सूरज दुआले नहीं, सगों सूरज धरती दुआले चक्कर लाउंदा है। पर अज चौथी विच पढ़दे न्याणे नूं भी पता है कि धरती गोल है ते बाइबल विच गलत लिखिया होया है। ईसाइयां दे हिसाब नाल दुनिया 4000 साल जीसस तो पहला बनी है, पर जदों 50,000 साल पुरानियां हड्डियां मिलियां तां ईसाइयां ने कहना शुरू कर दिता कि दुनिया तां 4000 साल पहला ही बनी है। रब ने निश्चा परखण लई ही हड्डियां पुरानियां बनाईयां हन, रब की नहीं कर सकदा। यह सुन के जैनी बुढ़ा भड़क उठिया, तू बाइबल नूं जैन ग्रंथां नाल मिलाता, कित्थे जैन ग्रंथ ते कित्थे मामूली बाइबल। हरीश बड़ा धीरज वाला बड़े ठरम्मे नाल गल करदा। ओह कहिंदा बस सारे धर्मां नूं यह ही बीमारी है, लोग अपने धर्म नूं वधा चढ़ा के दसदे हन ते दूसरे दे धर्म नूं छुटिया के बयान करदे हन। जे हिंदू सामने कहा जावे कि कुरान विच कुछ नहीं तां हिंदू बहुत खुश हो जाता है, जदों कि मुसलमान लोहा लाखा हो के मरन मारन ते उतर आउंदा है। ते जे मुसलमान नूं कहिए कि गीता विच कुछ नहीं तां मुसलमान खिड़ जाता है, पर हिंदू बुरा मना जाता है, क्योंकि हर एक व्यक्ति किसी न किसी धर्म नूं अपने नाल जोड़ चुका हुंदा है। इसे लई ही उन्हां नूं खुशी जां तकलीफ हुंदी है जिवें तुहानूं होई है। पर जे धर्म ग्रंथ पढ़न नाल ही आत्मा बचदी हुंदी तां यह बड़ा सस्ता सौदा सी। जैनियां दे धर्म ग्रंथां विच लिखे होए वांग
जे भुखे रहन दा अध्यात्मकता नाल कोई संबंध हुंदा तां दुनिया दे सारे भुखे जो भुख नाल मरदे ते अकाल पै के मरदे हन अध्यात्मक हो जांदे। कुरान, गीता, जैन धर्म ते ग्रंथ ते होर सारे धार्मिक ग्रंथ वगैरह दुकानां ते ही विकदे हन। उन्हां दुकानदारां लई हमाम साबण दी चाकी वेचणी ते यह किताबां वेचणियां एक बराबर हैं। जिहड़ी गल साबण वेचण वालियां नूं हुण पता लगी है ਉਹ धार्मिक ग्रंथ वेचण वालियां नूं कई हज़ार सालां दा पता सी। एक अमीर हिंदू ने सोने दा भगवान ते सोने दा ही गरुड़ बनवाया, फिर बहुत गरीब हो गया। जदों सुनियारे कोल दोवें चीज़ां वेचण गया तां विष्णु हौला सी, उसदा मुल घट पिया, गरुड़ भारा सी, उसदा मुल वध गया। सुनियारे ने कहा, तेरी शरधा होवेगी, मैं तां सोने नूं वेख रिहा हां, भगवान जां गरुड़ नूं नहीं। खून, हड्डियां ते मांस हिंदू, मुसलमान, जैन जां सिख नहीं हुंदे। इन्हां धर्मां नूं तां मनुख आप अपने नाल जोड़दा है। जदों मुसलमान भारत विच हमलावर बन के आए तां उन्हां ने हिंदुआं नूं काफर दा नां दित्ता, अर्थात रब नूं ना मन्नण वाले मूर्ख, जाहल ते आलसी लोग। मुसलमान हर उस बंदे नूं जिहड़ा एक खुदा विच ईमान ना लियावे उसनूं काफर दा नां दिंदे हन। इसलिए काफरां नूं सिद्धे राह ते पाउण लई उन्हां दे धर्म अस्थान भी तोड़न तो गुरेज नहीं करदे। मूर्ति पूजन वाला ते मूर्ति नूं तोड़न वाला अपने अपने ढंग नाल मूर्ति नाल बज जांदा है। जिस जिस पैगंबर ने भी मूर्ति पूजा की विरोधता की ओह ही अज पूजे जा रहे हैं। बुद्ध, जैन, सिख गुरु ते होर सारे पूजे जा रहे हैं, कुछ पत्थरां नाल ते कुछ कैलेंडरां नाल। मन लो यसू मसीह यहूदियां हथों ना मारदे ते अपनी पूरी उम्र भोग के ही मारदे तां ईसाई भावें जो मर्जी कर लेंदे, उन्हां ने इन्ना मशहूर नहीं सी होना ते ना ही इस धर्म ने इन्नी प्रसिद्धि प्राप्त करनी सी। जदों जीसस नूं फांसी दित्ती गई तां ओह एक सधारण राजसी प्रक्रिया सी। जीसस दी बेइज्जती करन लई दो चोरां नूं भी फांसी दित्ती गई, एक नूं जीसस दे खब्बे ते एक नूं सज्जे, सिर्फ यह दस्सण लई कि असीं तैनूं चोरां तो वध कुਝ नहीं समझदे, भावें तूं अपने आप नूं रब दा पुत्तर समझदा फिरें। एक चोर ने जीसस नूं कहा, भला असीं तां चोर हां, तूं तां भला मानस सी, सानू भी फांसी ते तैनू भी फांसी। जैन ग्रंथ तां यह भी कहंदे हन कि महावीर जदों मरिया सी तां ओह गां चोण वाले आसन विच बैठा सी। दसो ये किहड़ा स्टाइल होया मरन दा। इस गल दा हरीश दी मां नूं भी गुस्सा लग जांदा ते ओह भी बोल पैंदी, तैनू किन्नी वार आख्या है महापुरुषां नूं ऐदां नहीं आखीदा। हरीश उस विचारी वल ही सिद्धा हो पैंदा, फिर मम्मी ये दसो जे किसी बंदे दे शरीर विच लहू दी थां दुध वगदा होवे ते जे किते सट लग जावे तां दुध वगन लग पवे तां ओह लागे मक्खियां ही मक्खियां ना भणकण लग पैणगियां। इस गल तो ओदी भैण जिहड़ी खन्ने लैक्चरार लगी होई सी खिड़खड़ा के हस पैंदी। दोहां बुढ़ियां नूं बहुत गुस्सा चढ़दा। फिर ओह एक दूजे नूं कहिंदे, वेख लिया जे अज कल दे जमाने दा हाल की बनू इस दुनिया दा। इस गल ते कुड़ी शुरू हो जांदी, पापा पहले जमाने नालों तां हुण दा जमाना किते चंगा है। तुहानू पते पुराने जमाने विच लोक शतरंज किवें खेडदे सन। बुढ़ा कहिंदा, किवें? बंदियां दियां गोटियां दी थां ते सचमुच दे बंदे, हाथियां दियां गोटियां दी थां ते हाथी ते घोड़ियां दियां गोटियां दी थां ते घोड़े ते ऊंट दे थां ते असली ऊंट खड़े किथे जांदे सन। जेड़ी गोटी पिट जांदी नाल ई घड़ीचू। फिर ओह अपने हथ दी हथेली नूं तलवार वर्गा रूप दे के अपने गल दे सामने खिच देंदी, जिवें गल वड्डीदा है ते मूँह चों अजीब करारी जही आवाज़ कढ़दी, जिहदा मतलब बनदा सी कि गल वड्डिया गया। बुढ़ी पुछदी, ना जिंदे बंदे ते हाथी घोड़े? ओह कहंदी, हां सारे ही जिंदे।
बुढ़ी दोहां हत्थां नाल फड़ के कन्नां दीआं करुंबलां थल्ले नूं खिच्चदी ते उठ के चली जांदी। जैनी ऐदां ही कंन फड़दे हन। मूँह चों ओह की बोलदी सी इह तां मैनूं समझ नहीं सी आउंदी, पर इह स्पष्ट सी कि ओह कहिंदी होवेगी बहुत ਜ਼ਾਲਮ सन। ਇਹ ਹਾਵ ਭਾਵ ਤਾਂ ਉਹਦੇ ਮੂੰਹ ਦਾ ਉੱਡਿਆ ਰੰਗ ਹੀ ਦੱਸ ਦਿੰਦਾ ਸੀ। ਥੋੜੇ ਚਿਰ ਬਾਅਦ ਉਹ ਫਿਰ ਮੁੜ ਆਉਂਦੀ ਤੇ ਕਹਿੰਦੀ, ਤੁਹਾਨੂੰ ਭੈਣ ਭਰਾ ਨੂੰ ਮੈਂ ਕਿੰਨੀ ਵਾਰ ਆਖਿਆ ਹੈ ਇਹੋ ਜਿਹੀਆਂ ਗੱਲਾਂ ਮੈਨੂੰ ਨਾ ਦੱਸਿਆ ਕਰੋ, ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ। ਇਹ ਮਨੋਸਥਿਤੀ ਸੀ ਇੱਕ ਜੈਨੀ ਪਰਿਵਾਰ ਦੀ। ਨੀਂਦ ਨਾ ਆਉਣ ਦਾ ਕਹਿਣਾ ਇਸ ਲਈ ਸੀ ਕਿਉਂਕਿ ਜੈਨੀ ਤਾਂ ਮਰੀ ਕੀੜੀ ਤੇ ਵੀ ਪੈਰ ਨਹੀਂ ਰੱਖਦੇ, ਇੱਥੇ ਹਾਥੀ ਘੋੜੇ ਤੇ ਬੰਦੇ ਮਾਰਨ ਦੀਆਂ ਗੱਲਾਂ ਸਨ। ਹਰੀਸ਼ ਦਾ ਬੁੱਢਾ ਤਾਇਆ ਵੀ ਗੱਲਬਾਤ ਸੁਣਦਾ ਸੁਣਦਾ ਜੋਸ਼ ਵਿੱਚ ਆ ਜਾਂਦਾ। ਕਿੱਥੇ ਪਹਿਲਾਂ ਉਹਦੇ ਕੋਲੋਂ ਚੱਜ ਨਾਲ ਆਪਣੇ ਆਪ ਪਾਸਾ ਵੀ ਨਹੀਂ ਸੀ ਪਰਤਿਆ ਜਾਂਦਾ ਤੇ ਪਾਸਾ ਪਰਤਾਉਣ ਵਿੱਚ ਵੀ ਮਦਦ ਕਰਨ ਲਈ ਆਵਾਜ਼ਾਂ ਮਾਰਦਾ ਸੀ। ਪਤਾ ਨਹੀਂ ਉਹਨੂੰ ਕਾਹਦਾ ਜੋਸ਼ ਆਉਂਦਾ ਸੀ। ਬਿਨਾਂ ਕਿਸੇ ਦੀ ਮਦਦ ਦੇ ਹੀ ਉੱਠ ਬਹਿੰਦਾ ਤੇ ਕਹਿੰਦਾ, ਪਰ ਇਹ ਪਤਾ ਜੇ ਉਦੋਂ ਲੋਕ ਘਰਾਂ ਨੂੰ ਤਾਲੇ ਨਹੀਂ ਸੀ ਲਾਉਂਦੇ। ਮਿੰਨੀ ਹੱਸ ਕੇ ਕਹਿੰਦੀ, ਲਓ ਵੱਡੇ ਪਾਪਾ ਵੀ ਆ ਗਏ ਜੇ ਮੈਦਾਨ ਵਿੱਚ। ਹਰੀਸ਼ ਦੇ ਡੈਡੀ ਕਹਿੰਦੇ, ਦੇ ਜਵਾਬ ਹੁਣ ਭਾਈ ਸਾਹਿਬ ਦੀ ਗੱਲ ਦਾ। ਹਰੀਸ਼ ਕਹਿੰਦਾ, ਵੱਡੇ ਪਾਪਾ ਤਾਲੇ ਵੀ ਤਾਂ ਹੀ ਲਾਈਦੇ ਆ ਜੇ ਘਰ ਵਿੱਚ ਕੁਝ ਚੋਰੀ ਕਰਨ ਯੋਗ ਹੋਵੇ। ਜੇ ਕੁਝ ਹੋਵੇ ਹੀ ਨਾ ਫੇਰ ਭਲਾ ਤਾਲੇ ਕਾਹਦੇ ਲਈ ਲਾਉਣੇ ਹਨ। ਲੋਕ ਉਦੋਂ ਡੰਗੋ ਡੰਗ ਹੁੰਦੇ ਸਨ। ਉਹਨਾਂ ਦਾ ਕਿਸੇ ਨੇ ਚੁੱਕ ਵੀ ਕੀ ਲੈਣਾ ਸੀ ਜਿਹੜੇ ਉਹ ਘਰਾਂ ਨੂੰ ਤਾਲੇ ਲਾਉਂਦੇ। ਵਿੱਚੋਂ ਹੀ ਮਿੰਨੀ ਬੋਲ ਪੈਂਦੀ, ਹੋ ਸਕਦਾ ਹੈ ਉਦੋਂ ਤਾਲਿਆਂ ਦੀ ਕਾਢ ਹੀ ਨਾ ਨਿਕਲੀ ਹੋਵੇ। ਹਰੀਸ਼ ਕਹਿੰਦਾ, ਹਾਂ ਇਹ ਵੀ ਹੋ ਸਕਦਾ ਹੈ। ਮਿੰਨੀ ਬੜੀ ਮੂੰਹ ਫੱਟ ਤੇ ਦਲੇਰ ਕੁੜੀ ਸੀ। ਭਾਵੇਂ ਉਹ ਜੈਨੀਆਂ ਦੇ ਘਰ ਜੰਮੀ ਪਲੀ ਸੀ, ਪਰ ਗੱਲ ਜੱਟੀਆਂ ਵਾਂਗ ਕਰਦੀ। ਉਹਦਾ ਕੱਦ 5 ਫੁੱਟ 8 ਇੰਚ ਤੇ ਸਰੀਰ ਬਿਲਕੁਲ ਪਤਲਾ, ਲੱਕ ਮਸਾਂ ਇੱਕ ਗਿੱਠ ਦਾ ਹੋਵੇਗਾ। ਮੈਂ ਉਹਨੂੰ ਇੱਕ ਵਾਰ ਵੀ ਸਾੜੀ ਵਿੱਚ ਨਹੀਂ ਵੇਖਿਆ। ਬਾਹਰ ਤਾਂ ਉਹ ਸਲਵਾਰ ਕਮੀਜ਼ ਪਾਉਂਦੀ ਤੇ ਸਿਰ ਤੇ ਚੁੰਨੀ ਜ਼ਰੂਰ ਲੈਂਦੀ। ਅੱਗੋਂ ਪਿੱਛੋਂ ਵੀ ਜੇ ਕੋਈ ਵੱਡਾ ਬੈਠਾ ਹੁੰਦਾ ਤਾਂ ਉਹ ਫੱਟ ਚੁੰਨੀ ਸਿਰ ਤੇ ਲੈ ਲੈਂਦੀ। ਸਲਵਾਰ ਕਮੀਜ਼ ਤੇ ਦੁਪੱਟੇ ਵਿੱਚ ਉਹ ਬਿਲਕੁਲ ਜੈਨਣ ਨਹੀਂ ਸੀ ਲੱਗਦੀ। ਨਾ ਮੈਂ ਕਦੇ ਉਹਨੂੰ ਵਿਆਹ ਤੋਂ ਪਹਿਲਾਂ ਕੋਈ ਗਹਿਣਾ ਪਾਇਆ ਹੋਇਆ ਵੇਖਿਆ ਸੀ ਤੇ ਨਾ ਹੀ ਵਿਆਹ ਤੋਂ ਬਾਅਦ, ਪਰ ਉਸ ਤਰ੍ਹਾਂ ਉਸ ਕੋਲ ਗਹਿਣੇ ਬਹੁਤ ਸਨ। ਘਰ ਵਿੱਚ ਕਈ ਵਾਰ ਉਹ ਯੂਨੀਸੈਕਸ ਕੱਪੜੇ, ਜੀਨ ਤੇ ਕਮੀਜ਼ ਵਗੈਰਾ ਵੀ ਪਾ ਲੈਂਦੀ, ਪਰ ਇਹ ਕੱਪੜੇ ਪਾ ਕੇ ਕਦੇ ਬਾਹਰ ਨਹੀਂ ਸੀ ਜਾਂਦੀ। ਸਾੜੀ ਬਾਰੇ ਉਹ ਕਹਿੰਦੀ ਸੀ, ਇਹ ਉਦੋਂ ਦੀ ਪੋਸ਼ਾਕ ਹੈ ਜਦੋਂ ਭਾਰਤੀਆਂ ਨੂੰ ਕੱਪੜਾ ਸੀਣਾ ਨਹੀਂ ਸੀ ਆਉਂਦਾ। ਸਾੜੀ ਹੀ ਦੁਨੀਆ ਦੀ ਸਭ ਤੋਂ ਵੱਧ ਸੈਕਸੀ ਡਰੈਸ ਮੰਨੀ ਗਈ ਹੈ, ਪਰ ਇਹ ਗੱਲਾਂ ਉਹ ਵਿਆਹ ਤੋਂ ਬਾਅਦ ਹੀ ਕਰਦੀ ਸੀ। ਪਹਿਲੇ ਸਮੇਂ ਵਿੱਚ ਬੰਦੇ ਵੀ ਤੇੜ ਅਣਸਿੱਤੀ ਧੋਤੀ ਬੰਨ੍ਹਦੇ ਸਨ ਤੇ ਪਿੰਡਾ ਨੰਗਾ ਹੀ ਹੁੰਦਾ ਸੀ। ਅਮੀਰ ਲੋਕ ਨੰਗੇ ਪਿੰਡੇ ਤੇ ਗਹਿਣੇ ਪਾ ਲੈਂਦੇ ਸਨ। ਮਰਦਮਸ਼ੁਮਾਰੀ ਵਿੱਚ ਪੰਜਾਬੀ ਹਿੰਦੂਆਂ ਵੱਲੋਂ ਮਾਤ ਭਾਸ਼ਾ ਹਿੰਦੀ ਲਿਖਾਉਣ ਵਾਲਿਆਂ ਦਾ ਉਹ ਬੜਾ ਮਜ਼ਾਕ ਉਡਾਉਂਦੀ ਹੈ ਤੇ ਉਹਨਾਂ ਨੂੰ ਪਾਖੰਡੀ ਤੇ ਅਕਿਰਤ ਕਣ ਕਹਿਣ ਲੱਗੀ ਮਾਸਾ ਸੰਕੋਚ ਨਹੀਂ ਸੀ ਕਰਦੀ। ਲੱਗਦਾ ਸੀ ਜਿਵੇਂ ਉਹਦੇ ਆਪਣੇ ਪਰਿਵਾਰ ਨੇ ਵੀ ਪੰਜਾਬੀ ਦੀ ਥਾਂ ਹਿੰਦੀ ਹੀ ਮਾਤ ਭਾਸ਼ਾ ਲਿਖਵਾਈ ਹੋਵੇਗੀ। ਜੈਨੀਆਂ ਨੂੰ ਉਹ ਹਿੰਦੀ ਮੰਨ ਕੇ ਹੀ ਚੱਲਦੀ ਸੀ ਤੇ ਆਮ ਕਹਿੰਦੀ ਹੁੰਦੀ ਸੀ ਕਿ ਹਿੰਦੂ, ਜੈਨੀ, ਬੋਧੀ ਤੇ ਸਿੱਖਾਂ ਨੂੰ ਨਿਗਲ ਗਏ ਹਨ। ਪਰ ਮੇਰੇ ਸਾਹਮਣੇ ਸਿੱਖਾਂ ਨੂੰ ਨਿਗਲਣ ਵਾਲੀ ਗੱਲ ਨਹੀਂ ਸੀ ਕਰਦੀ ਤੇ ਸਿੱਖ ਸ਼ਬਦ ਤੋਂ ਬਗੈਰ ਹੀ ਬਾਕੀ ਦੀ ਗੱਲ ਕਰਦੀ ਸੀ। ਇੱਕ ਵਾਰ ਮੈਂ ਉਹਦੇ ਪਰਸ ਵਿੱਚ ਇੱਕ .25 ਬੋਰ ਦਾ ਪਿਸਟਲ ਵੇਖਿਆ ਜੋ ਇਟਲੀ ਮੇਕ ਦਾ ਸੀ। ਇਸੇ ਹੀ ਮੇਕ ਤੇ ਇਸੇ ਹੀ ਬੋਰ ਦੇ ਪਿਸਟਲ ਨਾਲ ਸ਼ਹੀਦ ਊਧਮ ਸਿੰਘ ਨੇ ਅਡਵਾਇਰ ਨੂੰ ਮਾਰਿਆ ਸੀ। ਇਹ ਪਿਸਟਲ ਸ਼ਾਇਦ ਦੁਨੀਆ ਦੇ ਸਭ ਤੋਂ ਛੋਟੇ ਪਿਸਟਲਾਂ ਵਿੱਚ ਗਿਣਿਆ ਜਾਂਦਾ ਹੈ। ਇੱਕ ਵਾਰ ਮੈਂ ਉਹਨੂੰ ਬੋਤਲਾਂ ਰੱਖ ਕੇ ਨਿਸ਼ਾਨੇ ਲਾਉਂਦਿਆਂ ਵੀ ਵੇਖਿਆ ਸੀ। ਉਹਦੀਆਂ ਇਹੋ ਜਿਹੀਆਂ ਗੱਲਾਂ ਕਰਕੇ ਹੀ ਉਹ ਮੈਨੂੰ ਕਈ ਵਾਰ ਝਾਂਸੀ ਦੀ ਰਾਣੀ ਲੱਗਦੀ ਸੀ। ਮੈਂ ਕਈ ਵਾਰ ਸੋਚਦਾ, ਇਹ ਕੁੜੀ ਤਾਂ ਐਵੇਂ ਹੀ ਜੈਨੀਆਂ ਦੇ ਘਰ ਜੰਮ ਪਈ ਹੈ, ਇਹਨੂੰ ਤਾਂ ਸਿੱਖਾਂ ਦੇ ਘਰ ਵਿੱਚ ਜੰਮਣਾ ਚਾਹੀਦਾ ਸੀ। ਇੱਕ ਵਾਰ ਮੈਂ ਉਸਨੂੰ ਰੈੱਡ ਕਰਾਸ ਭਵਨ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਤੇ ਭਾਸ਼ਣ ਕਰਦਿਆਂ ਸੁਣਿਆ ਤਾਂ ਦੰਗ ਰਹਿ ਗਿਆ। ਸਾਰਾ ਹਾਲ ਇਸ ਤਰ੍ਹਾਂ ਚੁੱਪ ਸੀ ਜਿਵੇਂ ਬੇਹੋਸ਼ੀ ਤਾਰੀ ਗਈ ਹੋਵੇ। ਧਾਰਮਿਕ ਗ੍ਰੰਥ ਗੀਤਾ ਬਾਰੇ ਉਹ ਕਹਿੰਦੀ ਸੀ,
गीता अर्जुन ਅਤੇ कृष्ण जी विचकार हुई गलबात है। पता नहीं मैदाने जंग विच कौन इन्नी शार्ट हैंड जानदा सी जिन्हें छेती छेती लिख लई। महाभारत युद्ध विच शास्त्रां अनुसार 1 अरब 15 करोड़ बंदे मरे दस्सिया गया है, पर यह गल उहदे मन्नण विच नहीं सी आउंदी ते इस अतकथनी नूं ओह निरी गप मानदी सी, क्योंकि सारे संसार दी 2 अरब आबादी तां हुण है 1965 विच। जिस कृष्ण ने गीता दा उपदेश दिता उहदी मौत भी एक शिकारी दे तीर लगन नाल होई। कृष्ण दे मरण तो बाद द्वारका विच उहदे अनुयायी शराब पी के लड़ मरे ते समुंदर दा पानी लाल हो गया। ਜਿਹੜੇ कृष्ण ने गीता लिखवाई उन्हें अपने चेलियां नूं ਇਹ ना दस्सिया कि आपस विच नहीं लड़ीदा। हिंदू कहंदे हन कि अर्जुन अपने ही रिश्तेदारां बाबियां चाचियां तायां ते भरावां नाल नहीं सी लड़ना चाहुंदा, पर कृष्ण जी ने उसनूं लड़न लई प्रेरिया ते अर्जुन मन गया। हिंदू इस किताब नूं हिंदू फिलासफी दा निचोड़ दसदे हन ते कहंदे हन कि जो कोई भी गीता दा पाठ करेगा वह सिद्धा स्वर्ग विच जाएगा। पर कहंदे हन जदों 5 पांडव भरा समेत द्रौपदी ते नाल उन्हां दा कुत्ता स्वर्ग वल जा रहे सन तां जिवें जिवें स्वर्ग नेड़े आउंदा जांदा सी एक एक करके सारे गलदे जांदे सन। सारियां पांडवां नूं हैरानी यह होई कि सब तो पहला अर्जुन ही गलिया, जिस नूं कृष्ण ने गीता दा उपदेश दिता सी ते बाद विच ओहदे 3 भरा ते द्रौपदी भी गल गए। सिर्फ युधिष्ठिर ते कुत्ता ही बचे। पर जदों स्वर्ग पहुंचे तां धर्मराज ने कुत्ते नूं स्वर्ग जाण तो रोक दिता ते युधिष्ठिर ने भी स्वर्ग अंदर जाण तो ना कर दिती। मजबूर होके धर्मराज ने कुत्ते नूं भी स्वर्ग भेज दिता। साडे सारियां लई ਇਹ ਗੱਲਾਂ ਨਵੀਆਂ ਸਨ। ਮਿੰਨੀ ਦੇ ਤਾਏ ਨੇ ਪੁੱਛਿਆ, पर सारियां अदालतां विच ते गीता ते हथ रख के ही सच बोलन दी सौं चुकाई जांदी है। मिन्नी ने थोड़ा गंभीर होके कहा, वड्डे पापा जिन्हां दी गीता है उन्हां दियां ही अदालतां हन। कहण नूं ही भारत धर्म निरपेख है, पर राज काज सारा हिंदू असूलां नाल ही चलदा है। हुण वेखो ना, भारत अते पाकिस्तान इक्को दिन इक्को ही अवार्ड हुक्म नाल आजाद होए, पर भारत विच आज़ादी दा दिन 15 अगस्त नूं मनाया जाता है, जदों कि पाकिस्तान यह दिन 14 अगस्त नूं मनाउंदे हन। कारण सिर्फ इन्ना है कि ज्योतिषियां ने दस्सिया सी कि 14 अगस्त का दिन राज संभालन लई शुभ नहीं, इसलिए इसनूं किसी ना किसी तरीके नाल अगले दिन तक टालिया जावे। सारे हिंदू लीडरां ने इवें ही किया। 12:01 ते नेहरू जी नूं प्रधानमंत्री दे अहुदे दी सौं चुकाई गई। उस तो पहला नेहरू जी नूं 7 दरियावां दे पानी नाल चंदन दी चौंकी ते बिठा के इशनान करवाया गया। सौं चुकन ते नारियल भन्निया गया ते पंडित नेहरू जी राज सिंघासन ते जा बैठे। हुण भी कोई समुद्री जहाज पानी विच उतारना होवे जां हवाई जहाज उड़ाना होवे जां किसी डैम दा उद्घाटन करना होवे जां कुछ भी होर करना होवे तां नारियल ही भन्निया जांदा है ते हवन यज्ञ करवाया जांदा है। जे अज भी इसनूं हिंदू स्टेट ना कहा जावे तां होर की कहा जावे। पर बेटा मैनूं एक गल समझ नहीं आउंदी, जैनी बोधी ते सिख तां गीता नूं मनदे ही नहीं, इन्हां नूं ओहदी सौं चुकाउण नाल की फर्क पैंदा होवेगा। वड्डे पापा कानून अनुसार संविधान विच मुसलमानां ते ईसाईयां नूं छड्ड के बाकी सारे ही हिंदू हन, ते रही गल गीता नूं ना मनण दी, मन तां रहे हन। हर रोज अदालतां विच इहदे ते हथ रख के ही तां सौं खांदे हन, होर किवें मनण। इह तां मजबूरी है ना, दिलों तां नहीं ना मनदे। जदों यह सारे हिंदुआं विच वलीन हो गए तां दिलों भी मनणगे। जिवें लूण दी खाण विच डिग के हर चीज़ लूण हो जाती है ते फिर उसकी पछाण भी लूण ही रह जाती है, इसे तरह ही यह सारे भी हिंदू ही हो जाणगे। फिर यह सारे हिंदू कानून ही मनणगे। मनणगे क्यों ना, जाणगे किहड़ी मां कोल, इन्हां तिन्नां कोल किहड़ा मुसलमान वर्गा कोई परसनल ला है जिहड़ा यह ना मनणगे।
हर गल विच ਇਹ हिंदू कानूनां ਦੇ ਮੁਤਾਜ ਹਨ। ਇਸ ਲਈ ਇਹ हिंदू धर्म ਨੂੰ मानता दे चुके ਹਨ। इन्हां सारियां दे विआह हिंदू मैरिज एक्ट थल्ले ही हुंदे हन। जे कोई होर थोड़ी बहुती कसर रहिंदी होवेगी तां हौली हौली कानून बना के ओह भी दूर कर देणगे। फिर ओह गलत मलत पंजाबी दी कहावत वाजा टुट गया है कि गीत मुक गया है बोल दिंदी। मैं कहंदा नहीं वंजली टुट गई है कि राग मुक गया है हुंदा है। तां ओह हस के कहंदी चलो ऐदां ही सही। ऐदां तां ਇਹ ਕਿਸੇ दिन तक मुसलमानां ते ईसाइयां नूं भी हिंदू बना लैणगे। बुढ़ा फिर पुछ लैंदा नहीं पापा ऐदां होना बहुत मुश्किल है, बल्कि ऐदां कदे हो ही नहीं सकदा। ਇਹ ਦੋਵੇਂ ਧਰਮ ਹਿੰਦੂਆਂ ਦੀ ਪਹੁੰਚ ਤੋਂ ਬਾਹਰ ਹਨ। जे ਇਹ ਉਹਨਾਂ ਨੂੰ ਨਿਗਲਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਇਹਨਾਂ ਦੇ ਸੰਗ ਵਿੱਚ ਫਸ ਜਾਣਗੇ। ਉਹਨਾਂ ਨੂੰ ਨਿਗਲਣਾ ਐਡਾ ਸੌਖਾ ਨਹੀਂ। ਦੁਨੀਆ ਵਿੱਚ ਮੁਸਲਮਾਨਾਂ ਦੀ ਆਬਾਦੀ ਈਸਾਈਆਂ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੀ ਹੈ। ਕਿਸੇ ਵੀ ਮੁਸਲਮਾਨ ਦੇਸ਼ ਵਿੱਚ ਕੋਈ ਮੰਦਰ ਨਹੀਂ ਬਣ ਸਕਦਾ ਤੇ ਜੇ ਸਿੱਖਾਂ ਨੇ ਕਿਤੇ ਮਿੰਨਤਾਂ ਤਰਲਾ ਕਰਕੇ ਗੁਰਦੁਆਰਾ ਬਣਾ ਵੀ ਲਿਆ ਹੈ ਤਾਂ ਉਸ ਦੇ ਮੁੱਖ ਦੁਆਰ ਤੇ ਹਿੰਦੂ ਮਸਜਿਦ ਲਿਖਣਾ ਜ਼ਰੂਰੀ ਹੈ। ਮੁਸਲਮਾਨ ਕਿਸੇ ਵੀ ਉਸ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੇ ਜਿਹੜਾ ਉਹਨਾਂ ਦੇ ਪਵਿੱਤਰ ਕੁਰਾਨ ਦੇ ਵਿਰੁੱਧ ਹੋਵੇ ਅਤੇ ਇੱਥੋਂ ਤੱਕ ਕਿ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ ਤੱਕ ਨਹੀਂ ਬਣਨ ਦਿੱਤੀ। ਤੇ ਇਹ ਕਹਿ ਕੇ ਉਸਨੇ ਇਹ ਅਣਸੁਲਝਿਆ ਸਵਾਲ ਵਿੱਚੇ ਹੀ ਛੱਡ ਦਿੱਤਾ ਤੇ ਉੱਠ ਕੇ ਕਿਤਾਬ ਅੰਦਰ ਰੱਖਣ ਚਲੀ ਗਈ। ਕਈ ਵਾਰ ਉਹ ਕਿਸੇ ਖਾਸ ਗੱਲ ਤੇ ਟਿੱਪਣੀ ਕਰਦੀ ਵਿੱਚੇ ਹੀ ਛੱਡ ਦਿੰਦੀ ਤੇ ਚੁਟਕਲਾ ਸੁਣਾਉਣ ਲੱਗ ਪੈਂਦੀ। ਉਹ ਆਪਣੇ ਮਾਂ ਪਿਓ ਦੀਆਂ ਭਾਵਨਾਵਾਂ ਦਾ ਬੜਾ ਧਿਆਨ ਰੱਖਦੀ ਸੀ, ਪਰ ਜੈਨੀਆਂ ਦੇ ਗੰਦੇ ਰਹਿਣ ਤੇ ਗੰਦ ਫਰੋਲਣ ਵਾਲੀ ਗੱਲ ਨੂੰ ਬੜੀ ਨਫ਼ਰਤ ਕਰਦੀ ਸੀ। ਉਹ ਕਹਿੰਦੀ ਬੰਦਾ ਇੱਕ ਵਾਰ ਸਾਹ ਲਵੇ ਤਾਂ ਪਤਾ ਹੈ ਕਿੰਨੇ ਹਜ਼ਾਰ ਜਰਾਸੀਮ ਅੰਦਰ ਜਾ ਕੇ ਮਰ ਜਾਂਦੇ ਹਨ। ਫਿਰ ਪਤਾ ਨਹੀਂ ਇਹ ਲੋਕ ਇਸ ਤਰ੍ਹਾਂ ਦੇ ਖੇਖਣ ਕਿਉਂ ਕਰਦੇ ਹਨ। ਪਰ ਉਸ ਦਾ ਮਾਂ ਪਿਓ ਇਸ ਗੱਲ ਨੂੰ ਅਣਸੁਣੀ ਕਰ ਦਿੰਦੇ। ਰੱਖੜੀ ਵਾਲੇ ਦਿਨ ਉਹ ਹੋਰ ਕੁੜੀਆਂ ਵਾਂਗ ਆਪਣੇ ਭਰਾ ਨੂੰ ਰੱਖੜੀ ਨਹੀਂ ਸੀ ਬੰਨ੍ਹਦੀ ਤੇ ਕਹਿੰਦੀ ਸੀ ਜੇ ਮੈਂ ਰੱਖੜੀ ਨਾ ਬੰਨਾਂ ਤੇ ਮੰਨ ਲਓ ਕਿ ਮੇਰੀ ਇੱਜ਼ਤ ਤੇ ਆਣ ਬਣੇ ਤਾਂ ਕੀ ਮੇਰਾ ਭਰਾ ਮੇਰੀ ਰੱਖਿਆ ਲਈ ਅੱਗੇ ਨਹੀਂ ਆਵੇਗਾ? ਕੀ ਸਿਰਫ ਰੱਖੜੀ ਬੰਨਣ ਕਰਕੇ ਹੀ ਇਹ ਮੇਰਾ ਭਰਾ ਹੈ? ਉੱਦਾਂ ਮੇਰੀ ਰੱਖਿਆ ਕਰਨਾ ਇਹਦਾ ਫਰਜ਼ ਨਹੀਂ। ਪਰ ਰੱਖੜੀ ਬੰਨਣ ਵਾਲੀਆਂ ਕੁੜੀਆਂ ਤੇ ਤਰਸ ਕਰਦੀ ਹੋਈ ਉਹ ਕਹਿੰਦੀ ਇਹ ਵਿਚਾਰੀਆਂ ਵੀ ਸੱਚੀਆਂ ਹਨ। ਸਦੀਆਂ ਤੋਂ ਇਹਨਾਂ ਦੇ ਪਿਓ ਭਰਾ ਤੇ ਚਾਚੇ ਤਾਏ ਆਪਣੇ ਫਰਜ਼ਾਂ ਤੋਂ ਮੂੰਹ ਮੋੜਦੇ ਆਏ ਹਨ। ਜਦੋਂ ਹਮਲਾਵਰ ਕੁੜੀਆਂ ਨੂੰ ਹਿੱਕ ਕੇ ਲੈ ਤੁਰਦੇ ਸਨ ਤਾਂ ਇਹ ਝੁੱਡੂ ਹਿੰਦੂ ਨੀਵੀਂ ਪਾ ਕੇ ਖਲੋਤੇ ਰਹਿੰਦੇ ਸਨ ਤੇ ਕੋਈ ਵੀ ਅਗਾਹ ਹੋ ਕੇ ਆਪਣੀ ਜਾਨ ਤੇ ਖੇਡ ਕੇ ਉਹਨਾਂ ਵਿਚਾਰੀਆਂ ਨੂੰ ਨਹੀਂ ਸੀ ਬਚਾਉਂਦਾ। ਇਸੇ ਲਈ ਹੀ ਉਸ ਜ਼ਮਾਨੇ ਵਿੱਚ ਕੁੜੀਆਂ ਵਿਚਾਰੀਆਂ ਰੱਖੜੀਆਂ ਬੰਨ ਕੇ ਇਹਨਾਂ ਕੋਲੋਂ ਆਪਣੀਆਂ ਰੱਖਿਆ ਦਾ ਪ੍ਰਣ ਕਰਾਉਂਦੀਆਂ ਸਨ ਤੇ ਹੁਣ ਇਹ ਬੇਸ਼ਰਮੀ ਰਿਵਾਜ ਦਾ ਰੂਪ ਧਾਰਨ ਕਰ ਗਈ ਹੈ। ਸ਼ਾਇਦ ਇਸੇ ਕਰਕੇ ਹੀ ਆਪਣੀ ਰੱਖਿਆ ਆਪ ਅਸੂਲ ਦੇ ਤਹਿਤ ਉਹ ਪਿਸਟਲ ਰੱਖਦੀ ਸੀ। ਕਈ ਵਾਰ ਉਹ ਬੜੀ ਦਲੇਰੀ ਨਾਲ ਕਹਿੰਦੀ ਜ਼ਿੰਦਗੀ ਮੇਂ ਹੋਤੇ ਹੈ ਫੈਸਲੇ ਇੱਕ ਬਾਰ ਆਰ ਜਾਂ ਪਾਰ। ਪਤਾ ਨਹੀਂ ਇਹਦਾ ਕੀ ਮਤਲਬ ਸੀ। ਉਹਦੀ ਮਾਂ ਉਹਨੂੰ ਬਰਾਬਰ ਹਿੰਦੂ ਤਿਉਹਾਰਾਂ ਵੱਲ ਪ੍ਰੇਰਦੀ ਰਹਿੰਦੀ। ਕਰਵਾ ਚੌਥ ਦਾ ਵਰਤ, ਭਾਈ ਦੂਜ ਤੇ ਰੱਖੜੀ ਵਰਗੇ ਤਿਉਹਾਰਾਂ ਦਾ ਉਹਦੇ ਲਈ ਕੋਈ ਮਹੱਤਵ ਨਹੀਂ ਸੀ। ਵਿਆਹ ਤੋਂ ਬਾਅਦ ਤਾਂ ਉਹ ਮਾਸ ਵੀ ਖਾਣ ਲੱਗ ਪਈ ਸੀ। ਅੱਜ ਅਸੀਂ ਇਹ ਕਿਤਾਬ ਇੱਥੋਂ ਤੀਕ ਹੀ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।